ਤਾਂ ਦੇਖ ਭਰਾਵਾ ਸਹੀ ਗੱਲ। ਹਾਂਜੀ ਚਲੋ, ਅੱਜ ਦਾ ਆਪਣਾ ਕੰਮ ਹੈ EC2 ਕਰਦੇ ਹਾਂ ਅੱਜ ਆਪਾਂ। ਠੀਕ ਹੈ ਠੀਕ ਬ్రో। ਹੈ। Computing is the प्रतीक brainchild of भाई, IT applications. जी ईसी टू की भाई। फुल Organizations फॉर्म all क्या around the बताओ? world run diverse workloads on different compute EC2। platforms. Depending on your workload, you might need a different architectural method for how you देखना set up नहीं your है नेट। नहीं मुझे नहीं पता यार। इलास्टिक कंप्यूट। अच्छा। ਇਲਾਸਟਿਕ इलास्टिक ਕੰਪਿਊਟ कंप्यूट। 2। ਠੀਕ ਹੈ। ओके। भाई ਆਪਾਂ 2 की ਲਾਉਂਦੇ ਆ ਕਿ ਇਹਦੇ 2 ਵੈਸੇ ਹੀ ਨਾਮ ਹੀ ਹੈ। ਵੈਸੇ ਨਾਮ ਹੀ ਹੈ। ਮੈਨੂੰ ਵੀ 2 ਨਹੀਂ ਪਤਾ, ਬਸ ਮੈਨੂੰ ਇਲਾਸਟਿਕ ਕੰਪਿਊਟ ਹੀ ਪਤਾ ਮੈਨੂੰ ਵੀ। ਸਹੀ ਗੱਲ ਆ। ਈਸੀ 2 ਲੱਗਦਾ ਨਾ। ਠੀਕ ਹੈ, ਰੁਕ ਜਾਓ ਮੈਂ ਸਕਰੀਨ ਕਰਦਾ ਸ਼ੇਅਰ। ਆਪਾਂ ਥੋੜੀ ਜਿਹੀ ਅੱਜ ਥਿਓਰੀਟੀਕਲ ਗੱਲਾਂ ਕਰਾਂਗੇ, ਆਪਾਂ ਨੇ ਕੋਲੋਂ ਕੀ ਕੀ ਕੁਐਸਚਨ ਪੁੱਛੇ ਜਾ ਸਕਦੇ ਆ। ਠੀਕ ਹੈ। EC2 ਦੇ ਬਾਰੇ ਆਪਾਂ ਹੌਲੀ ਹੌਲੀ ਇੱਕ ਇੱਕ ਕਰਕੇ ਚੱਲਦੇ ਅੱਗੇ ਅੱਗੇ, ਤੇ ਫਿਰ ਇੱਕ EC2 ਬਣਾਵਾਂਗੇ ਤੇ ਉਹਦੇ ਵਿੱਚ ਇੱਕ ਵਾਰ ਆਪਾਂ ਸਭ ਕੁਝ ਦੇਖਾਂਗੇ ਤੇ ਫਿਰ ਕੁਝ ਡਿਪਲੋਏ ਕਰਾਂਗੇ ਇਹਦੇ ਉੱਤੇ। ਠੀਕ ਹੈ, ਵੀਲ ਗੋ ਸਮਥਿੰਗ ਲਾਈਕ ਦਿਸ ਕਿ ਅੱਜ ਆਪਾਂ ਇੱਕ EC2 ਇੰਸਟੈਂਸ ਬਣਾ ਲਿਆ, ਫਿਰ ਆਪਾਂ ਇਹਦੇ ਵਿੱਚ ਸਟੋਰੇਜ ਅਟੈਚ ਕਰਾਂਗੇ, ਫਿਰ ਆਪਾਂ ਇਹਨੂੰ ਨੈਟਵਰਕਸ ਦੇਵਾਂਗੇ, ਫਿਰ ਆਪਾਂ ਨੂੰ ਉਹ ਨੈਟਵਰਕ ਨਾਲ ਐਕਸੈਸ ਕਰਾਂਗੇ। ਠੀਕ ਹੈ। ਠੀਕ ਹੈ। ओके। ਅੱਜ ਦਾ ਟਾਸਕ ਨਹੀਂ, ਇਹ ਲੱਗ ਜਾਣਗੇ 4-5 ਦਿਨ, ਬਟ ਆਪਾਂ ਹੌਲੀ ਹੌਲੀ ਨਾਲ ਦੇ ਨਾਲ ਦੇਖਦੇ ਚੱਲਾਂਗੇ ਚੀਜ਼ਾਂ ਕੀ ਕੀ ਹੁੰਦੀਆਂ। ਹੁਣ ਜਿਵੇਂ ਆਪਣੇ ਕੋਲ ਕੰਪਿਊਟਿੰਗ ਦੇ ਵਿੱਚ ਕੀ ਕੀ ਆਫਰ ਹੁੰਦਾ, ਆਪਾਂ ਨੂੰ ਜਿਵੇਂ 4 ਟਾਈਪ ਦੀ ਕੰਪਿਊਟਸ ਹੁੰਦੀ ਹੈ, ਨਹੀਂ 3 ਟਾਈਪ ਦੀ ਕੰਪਿਊਟ ਦਿੰਦੇ ਹੈਗੇ। ਜਿਵੇਂ ਇੱਕ EC2 ਹੋ ਗਿਆ, ਆਪਾਂ EC2 ਇੰਸਟੈਂਸ ਕਹਿੰਦੇ ਹੁੰਦੇ ਇਹਨੂੰ, ਰਾਈਟ। ਇਨਸਟੈਂਸ। ਆਪਾਂ ਨੂੰ ਜਿਵੇਂ ਤੁਸੀਂ ਗੱਲ ਕੀਤੀ ਸੀ ਕੰਟੇਨਰਸ ਮਿਲਦੇ ਹੈਗੇ। ਠੀਕ ਹੈ। ਆਪਾਂ ਨੂੰ ਸਰਵਰਲੈਸ ਚੀਜ਼ਾਂ ਮਿਲਦੀਆਂ ਨੇ, ਆਪਾਂ ਇਹ ਸਭ ਦੀ ਗੱਲ ਕਰਾਂਗੇ। ਤੇ ਲਾਈਕ ਹੋਰ ਕੀ ਕੀ ਹੁੰਦਾ, ਆਪਾਂ ਨੂੰ ਮਤਲਬ ਥਿਓਰੀਟੀਕਲੀ ਗੱਲਾਂ ਕਰਦੇ ਜਾਵਾਂਗੇ ਤੇ ਕੀ ਕੁਐਸਚਨ ਪੁੱਛੇ ਜਾ ਸਕਦੇ ਉਹਦੀ ਗੱਲਾਂ ਕਰਾਂਗੇ ਇੱਕ ਵਾਰ। ਠੀਕ ਹੈ। ਠੀਕ ਹੈ। ਓਕੇ, ਆਪਾਂ ਹੁਣ ਜੇ ਸ਼ੁਰੂ ਕਰਦੇ ਹਾਂ ਤਾਂ ਸਭ ਤੋਂ ਪਹਿਲਾ ਕੁਐਸਚਨ ਹੈ ਕਿ ਆਪਾਂ ਨੂੰ ਕੰਪਿਊਟਿੰਗ ਪਤਾ ਕੀ ਹੁੰਦਾ, ਰਾਈਟ। ਕੰਪਿਊਟਿੰਗ ਕੀ ਹੁੰਦਾ, ਆਪਣੇ ਕੋਲ ਕੁਝ ਚੀਜ਼ਾਂ ਨੂੰ ਮਿਲਾ ਕੇ ਇੱਕ ਕੰਪਿਊਟ ਬਣਦੀ ਹੈ। ਠੀਕ ਹੈ। ਉਹ ਚੀਜ਼ਾਂ ਕੀ ਨੇ? CPU। CPU ਦੇ ਨਾਲ ਮੈਂ ਕੀ ਵਾਟ ਡੂ ਆਈ ਮੀਨ ਬਾਈ CPU ਇਜ਼ ਦਾ ਤੁਹਾਡਾ ਪ੍ਰੋਸੈਸਰ। ਪ੍ਰੋਸੈਸਰ। ਠੀਕ ਹੈ। ਆਪਣਾ ਰੈਮ। ਠੀਕ ਹੈ। ਆਪਣੀ ਇੱਕ ਹਾਰਡ ਡਰਾਈਵ ਜਿੱਥੇ ਆਪਣਾ ਡੇਟਾ ਸਟੋਰ ਹੁੰਦਾ, ਤੇ ਆਪਣਾ ਇੱਕ ਨੈਟਵਰਕ। ਇਹ ਚੀਜ਼ਾਂ ਤੁਹਾਡੀ ਇੱਕ ਕੰਪਿਊਟਰ, ਇਹ ਚੀਜ਼ਾਂ ਇੱਕ ਕੰਪਿਊਟਰ ਨੂੰ ਮੇਕਅਪ ਕਰਦੀਆਂ ਨੇ। ਠੀਕ ਹੈ। ਹੁਣ ਆਪਣੇ ਕੋਲ ਕੀ ਹੈ ਕਿ ਹਾਰਡ ਡਰਾਈਵ ਤੇ ਨੈਟਵਰਕ ਤੋਂ ਬਿਨਾਂ ਵੈਸੇ ਚੱਲ ਜਾਏਗਾ, ਜੇ ਤੁਹਾਡੇ ਰੈਮ ਦੇ ਵਿੱਚ ਤੁਹਾਡਾ OS ਲੋਡਡ ਹੈ ਤਾਂ ਤੁਹਾਡਾ ਕੰਪਿਊਟਰ ਚੱਲ ਜਾਏਗਾ। ਠੀਕ ਹੈ। ਤਾਂ ਮੇਨ ਆਪਣੇ ਲਈ ਜੋ ਕੰਪਿਊਟ ਪ੍ਰੋਵਾਈਡ ਕਰਦਾ, ਆਪਾਂ ਨੂੰ ਇੱਕ ਪ੍ਰੋਸੈਸਰ ਪ੍ਰੋਵਾਈਡ ਕਰਦਾ, ਆਪਾਂ ਨੂੰ ਇੱਕ ਰੈਮ ਪ੍ਰੋਵਾਈਡ ਕਰਦਾ। ਆਪਾਂ ਉਹਦੇ ਵਿੱਚ ਇੱਕ ਸਟੋਰੇਜ ਅਟੈਚ ਹੋ ਜਾਂਦੀ ਜਿਹਦੇ ਵਿੱਚ ਆਪਣਾ OS ਲੋਡ ਹੋਏਗਾ। ਠੀਕ ਹੈ। ਤੇ ਨੈਟਵਰਕ ਦੀ ਇਹਨੂੰ ਐਕਸੈਸ ਕਰਨ ਦੇ ਲਈ ਨੈਟਵਰਕ ਦੀ ਲੋੜ ਪਏਗੀ ਕਿਉਂਕਿ ਕਲਾਊਡ ਕੰਪਿਊਟਿੰਗ ਹੈ। ਠੀਕ ਹੈ। ਠੀਕ ਹੈ ਬ్రో। ਤੇ ਆਪਣਾ ਹੁਣ ਜੇ ਮੈਂ ਕੁਐਸਚਨ ਆਉਂਦਾ ਵਾਟ ਮੇਕਸ ਅਪ ਕੰਪਿਊਟ, ਤੇ ਆਪਣੇ ਕੋਲ 4 ਚੀਜ਼ਾਂ ਹੁੰਦੀਆਂ ਨੇ। ਠੀਕ ਹੈ। CPU, ਰੈਮ, ਸਟੋਰੇਜ ਤੇ ਨੈਟਵਰਕ। ਠੀਕ ਹੈ। ਹੁਣ ਆਪਣੇ ਕੋਲ ਕੰਪਿਊਟਿੰਗ ਦੇ ਮੈਥਡਸ ਹੁੰਦੇ ਨੇ। ਠੀਕ ਹੈ। ਓਕੇ, ਆਈਲ ਗੋ ਪ੍ਰਿੰਟ ਖੋਲਦਾ ਮੈਂ। ਆਪਣੇ ਕੋਲ ਸਭ ਤੋਂ ਪਹਿਲਾਂ ਹੁੰਦੀ ਹੈ ਇੰਸਟੈਂਸ। ਠੀਕ ਹੈ। ਇੰਸਟੈਂਸ, ਆਈਲ ਨੇਮ ਇਟ ਆਈ। ਹੁਣ ਇੰਸਟੈਂਸ ਕੀ ਹੁੰਦੀ ਆ ਤੁਹਾਡੇ ਕੋਲ, ਇਹਨੂੰ ਆਪਾਂ ਕਹਿੰਦੇ ਨੇ ਵਰਚੁਅਲ ਮਸ਼ੀਨ। ਠੀਕ ਹੈ। ਵਰਚੁਅਲ ਮਸ਼ੀਨ 'ਤੇ ਆਪਾਂ ਗੱਲ ਕਰ ਚੁੱਕੇ ਹਾਂ। ਠੀਕ ਹੈ। ਮੈਨੂੰ ਜੇ ਇਹਦੇ ਵਿੱਚ ਕੁਝ ਦਿੱਕਤ ਹੈ ਤਾਂ ਦੱਸੋ ਹੁਣ। ਨਹੀਂ ਨਹੀਂ ਕੋਈ ਚੱਕਰ ਨਹੀਂ। ਠੀਕ ਹੈ। ਹੁਣ ਜੇ ਤੁਹਾਨੂੰ ਪੁੱਛਿਆ ਜਾਏਗਾ ਕਿ ਵਾਟ ਇਜ਼ ਐਨ ਇੰਸਟੈਂਸ, ਵਾਟ ਵੁੱਡ ਯੂਅਰ ਆਨਸਰ ਬੀ? ਇਨਸਟੈਂਟ ਜਿਹੜਾ ਇੱਕ ਕੰਪਿਊਟਰ ਕਹਿ ਸਕਦੇ, ਸਿਸਟਮ ਕਹਿ ਸਕਦੇ ਹੋ ਨਾ, ਜਾਂ VM ਮਸ਼ੀਨ। ਬੇਸਿਕਲੀ ਯੂ ਜਸਟ ਕਾਲ ਇਟ ਅ ਵਰਚੁਅਲ ਮਸ਼ੀਨ, ਪਰ ਜੇ ਆਪਾਂ ਨੂੰ ਉਹਦੇ ਵਿੱਚ ਵਰਚੁਅਲ। ਇੱਕ ਡੈਫੀਨੇਸ਼ਨ ਦੇਣੀ ਹੋਵੇ, ਇਟ ਵਿਲ ਬੀ ਸਮਥਿੰਗ ਲਾਈਕ ਕਿ ਆਪਾਂ ਇੱਕ ਯੂ ਹੈਵ ਐਨ ਆਪਰੇਟਿੰਗ ਸਿਸਟਮ, CPU, ਅ ਮੈਮਰੀ ਐਂਡ ਕੰਪੋਨੈਂਟਸ ਲਾਈਕ ਰੈਡੀ ਟੂ ਯੂਜ਼। ਠੀਕ ਹੈ। ਬੇਸਿਕਲੀ ਯੂ ਹੈਵ virtual hardware on which you are running an OS connected to a physical hardware somewhere which you don't know. ठीक है। You are only aware of the things that are given to you. ठीक है। ਹੁਣ ਤੁਹਾਨੂੰ ਇੱਕ ਆਪਾਂ 600 MB ਦੀ ਰੈਮ ਦੇਤੀ, ਇੱਕ ਤੁਹਾਨੂੰ ਪ੍ਰੋਸੈਸਰ ਦਿੱਤਾ। ਠੀਕ ਹੈ।
ਤੇ ਤੁਹਾਨੂੰ ਮੈਂ ਉਹ ਦੇਤਾ, ਤੁਹਾਨੂੰ ਸਿਰਫ ਇੰਨੇ ਚੀਜ਼ ਦੀ ਅਵੇਅਰ ਹੈ ਰਾਈਟ, ਤੁਹਾਨੂੰ ਇਹ ਨਹੀਂ ਪਤਾ ਪਿੱਛੇ ਸਰਵਰ ਦੇ ਵਿੱਚ ਕੀ ਪ੍ਰੋਸੈਸ ਹੈ ਜਾਂ ਕੁਝ ਵੀ ਹੈ, ਤੁਹਾਨੂੰ ਨਹੀਂ, ਯੂ ਆਰ ਨਾਟ ਅਵੇਅਰ ਆਫ ਦੈਟ, ਠੀਕ ਹੈ। ਬ్రో ਜਾਂ ਆਵਾਜ਼ ਬਹੁਤ ਕੱਟ ਰਹੀ ਹੈ ਤੁਹਾਡੀ ਨਵਦੀਪ ये bro। आवाज कट रही थी मेरे। ਰੁਕ ਜਾਓ ਵੀਰੇ। ਜਮੀ ਚੱਕੀ ਗਈ ਸੀ ਭਰਾਵਾ। ਹਾਂ ਹੁਣ ਠੀਕ ਹੈ। ਅੱਜ ਪਤਾ ਨਹੀਂ ਨੈਟ ਥੋੜੀ ਜਿਹੀ ਦਿੱਕਤ ਦੇ ਰਿਹਾ, नहीं ब्रो अभी कट रही है ब्रो। ਕੱਟ ਰਹੀ ਹੈ bro, ਕੱਟ ਰਹੀ ਹੈ ਹਲੇ ਵੀ ਬਹੁਤ ਕੱਟੀ ਜ਼ਿਆਦਾ। ਜਾ ਰਹੀ ਹੈ। ਲੈਟ ਮੀ ਸੀ ਕਿਹੜੇ ਨੈਟ ਨਾਲ ਕਨੈਕਟ ਆਣਾ ਮੈਂ। ਮਿਊਜ਼ਿਕ ਚੱਲ ਰਿਹਾ ਪੂਰਾ ਐਂ ਕਰਕੇ। सही गल है। ਸੈਟਿੰਗ 2 ਮਿੰਟ ਦੋ, ਫਿਰ ਮੈਨੂੰ ਦੇਖਣ ਦਿਓ। ਡਿਸਕਨੈਕਟ ਕਰਕੇ ਦੁਬਾਰੇ ਕਰੋ ਬਾਈ ਆਪਦਾ ਨਾ, ਤੁਸੀਂ ਐਂ ਕਰਿਓ ਡਿਸਕਨੈਕਟ ਕਰਕੇ ਫਿਰ ਕਰੋ ਮੀਟਿੰਗ ਚੋਂ। ध्यान नहीं होगा भाई को पूछो। ਹਾਂਜੀ ਵੀਰੇ ਹੁਣ ਆ ਰਹੀ ਹੈ ਬਸ। बढ़िया। ਹੈਲੋ हाँ ब्रो फोन करियो। हाँ भाई ਆ भयंकर ਗਈ ਨਾ बढ़िया ਬਸ ਠੀਕ ਹੈ। क्रिस्प एंड क्लियर। ਚਲੋ ਆਪਾਂ ਦੁਬਾਰੇ ਆ ਜਾਂਦੇ ਤੇ ਵਾਪਸ, ਠੀਕ ਹੈ। ठीक है ब्रो। ਹਾਂ ਤਾਂ ਆਪਾਂ ਗੱਲ ਕਰ ਰਹੇ ਸੀਗੇ ਇੰਸਟੈਂਸਸ ਦੀ। ਇੰਸਟੈਂਸਸ ਦੀ ਇੱਕ ਡੈਫੀਨੇਸ਼ਨ ਇਹ ਹੋਗੀ, ਠੀਕ ਹੈ। ਦਿਸ ਇਜ਼ ਸਮਥਿੰਗ ਰਿਲੇਟਡ ਟੂ OS, ਆਪਰੇਟਿੰਗ ਸਿਸਟਮ ਦੇ ਰਿਲੇਟਡ ਹੈ ਇਹ ਡੈਫੀਨੇਸ਼ਨ। ਜੇ ਆਪਾਂ ਕਲਾਊਡ ਕੰਪਿਊਟਿੰਗ ਦੀ ਗੱਲ ਕਰੀਏ ਤੇ ਉਹਦੇ ਹਿਸਾਬ ਨਾਲ ਜੇ ਤੁਹਾਨੂੰ ਆਨਸਰ ਦੇਣਾ ਹੋਵੇ, ਯੂ ਕੈਨ ਸੇ ਕਿ ਡਿਸਪੋਜ਼ੇਬਲ ਕੰਪਿਊਟਿੰਗ ਰਿਸੋਰਸਿਸ, ਠੀਕ ਹੈ, free from constraints or fixed IT infrastructure, ठीक है। ਹੁਣ ਆਈਲ ਐਕਸਪਲੇਨ ਇਹ ਕੀ ਹੈ ਡਿਸਪੋਜ਼ੇਬਲ ਕੰਪਿਊਟਿੰਗ ਰਿਸੋਰਸਿਸ। ਆਪਾਂ ਕਿਉਂਕਿ ਕਲਾਊਡ ਤੇ ਹਾਂ, ਆਪਣੇ ਕੋਲ ਇੱਕ ਫਿਜ਼ੀਕਲ ਚੀਜ਼ ਨਹੀਂ ਹੈ, ਆਪਾਂ ਕਦੇ ਵੀ ਇਹਨੂੰ ਡਿਸਪੋਜ਼ ਕਰ ਸਕਦੇ ਹਾਂ, ਠੀਕ ਹੈ। ਬਟ ਵੀ ਆਰ ਨਾਟ ਲਾਈਕ ਕਈ ਵਾਰ ਠੀਕ ਹੈ ਯਾਰ, ਹੁਣ ਆਪਣੇ ਇਫ ਵੀ ਬਾਈ ਅ ਲੈਪਟਾਪ ਫਿਜ਼ੀਕਲ ਸਮਥਿੰਗ, ਵੀ ਆਰ ਕੰਸਟ੍ਰੇਨਡ, ਆਪਣੇ ਕੋਲ ਇੱਕ ਕੰਸਟ੍ਰੇਂਟ ਹੋ ਜਾਂਦਾ ਉਹਦਾ, ਠੀਕ ਹੈ। ਆਪਾਂ ਇਹਨੂੰ ਸੈੱਟ ਨਹੀਂ ਸਕਦੇ ਕਿਉਂਕਿ ਪੈਸੇ ਗਏ ਉੱਤੇ। हाँ बिल्कुल। ਪਰ ਕਲਾਊਡ ਕੰਪਿਊਟਿੰਗ ਦੇ ਕੀ ਹੈ, ਉਹ ਡਿਸਪੋਜ਼ੇਬਲ ਹੈ, ਠੀਕ ਹੈ। ਤਾਂ ਕੀ ਹੋ ਗਿਆ, ਡਿਸਪੋਜ਼ੇਬਲ ਕੰਪਿਊਟਿੰਗ ਰਿਸੋਰਸ ਫ੍ਰੀ ਫਰੋਮ ਕੰਸਟ੍ਰੇਂਟ ਆਫ ਫਿਕਸਡ IT ਇਨਫਰਾਸਟ੍ਰਕਚਰ ਜਾਂ ਫਿਕਸਡ ਇਨਫਰਾਸਟ੍ਰਕਚਰ, ठीक है ਠੀਕ ਹੈ। ਇਹ ਆਪਣੀ ਹੋ ਗਈ ਕਲਾਊਡ ਦੇ ਹਿਸਾਬ ਨਾਲ ਦੀ ਡੈਫੀਨੇਸ਼ਨ, ਠੀਕ ਹੈ। ਹੁਣ ਆਪਾਂ ਇੱਕ ਦੇਖ ਲਿਆ VM। ਵੀਰੇ ਇਹ ਚੀਜ਼ਾਂ ਥੋੜ੍ਹਾ ਧਿਆਨ ਰੱਖਿਓ ਕਿਉਂਕਿ ਇਹ ਚੀਜ਼ਾਂ ਹੈ ਜੋ ਪੁੱਛੀਆਂ ਜਾ ਸਕਦੀਆਂ ਨੇ, ठीक है ठीक है। VM हो गया, VM डेफिनेशन हो गई अपनी है ना। ਆਪਣੇ ਕੋਲ ਇੰਸਟੈਂਸ ਬੋਲਦੇ ਹਨ ਕਲਾਊਡ ਕੰਪਿਊਟਿੰਗ ਦੇ ਵਿੱਚ, VM ਨਹੀਂ ਬੋਲਿਆ ਜਾਂਦਾ, ਠੀਕ ਹੈ। ਬਟ Instance। ਹਾਂ ਕਾਈਂਡ ਆਫ ਦੋਵੇਂ ਸੇਮ ਹੀ ਹੁੰਦੇ ਆ, ठीक है। ਠੀਕ ਹੈ। Oh। ਨੈਕਸਟ ਆਉਂਦਾਗਾ ਕੰਟੇਨਰਸ। I'll name it C ਤੇ let's call it container। ਹੁਣ ਕੰਟੇਨਰ ਵੈਸੇ ਮੈਂ ਦੱਸਿਆ ਤਾਂ ਹੈ ਨਹੀਂ, ਬਟ ਇਫ ਯੂ ਨੋ ਤਾਂ ਆਪਾਂ ਇੱਕ ਵਾਰ ਦੇਖ ਲੈਣਾ, ਟਰਾਈ ਕਰ ਲੈਣਾ। ਨਹੀਂ ਆਪਾਂ ਓਕੇ ਆਈਲ ਜਸਟ ਟੈਲ। ਹੁਣ ਤੁਹਾਡੇ ਕੋਲ ਇੱਕ ਵਰਚੁਅਲ ਮਸ਼ੀਨ ਹੋਗੀ, ਠੀਕ ਹੈ। ਇਹ ਤੁਹਾਡੇ ਫਿਜ਼ੀਕਲ ਹਾਰਡਵੇਅਰ ਦਾ ਵਰਚੁਅਲਾਈਜੇਸ਼ਨ ਹੈ, ਰਾਈਟ, ओके ਠੀਕ ਹੈ। ਹੁਣ ਕੰਟੇਨਰ ਇਜ਼ ਐਨ ਵਰਚੁਅਲਾਈਜੇਸ਼ਨ ਆਫ ਯੂਰ OS, ਆਪਰੇਟਿੰਗ ਸਿਸਟਮ ਦਾ ਵਰਚੁਅਲਾਈਜੇਸ਼ਨ ਹੈ, ਠੀਕ ਹੈ। ਹੁਣ ਤੁਸੀਂ ਕੀ ਹੈ, ਇੱਕ ਕੰਟੇਨਰ ਦੇ ਵਿੱਚ ਇੱਕ ਐਪਲੀਕੇਸ਼ਨ ਪਾਉਣੇ ਹੋਗੇ, ਠੀਕ ਹੈ। ਇਹ ਐਪਲੀਕੇਸ਼ਨ ਨੂੰ ਜੋ ਚਾਹੀਦਾ ਹੈ ਉਹ ਪਾਉਣੇ ਹੋਗੇ। ਇਹ ਇੱਕ ਸੇਮ OS ਸ਼ੇਅਰ ਕਰਨਗੇ, ਸਾਰੇ ਕੰਟੇਨਰਸ ਜਿੰਨੇ ਵੀ ਮੈਂ ਕੰਟੇਨਰਸ ਬਣਾਤੇ ਉਹ ਇੱਕ ਸੇਮ OS ਸ਼ੇਅਰ ਕਰਨਗੇ, ओके ਠੀਕ ਹੈ। ਹੁਣ ਇਹਦੇ ਵਿੱਚ ਮੈਂ ਇੱਕ ਐਪਲੀਕੇਸ਼ਨ ਪਾਈ ਆ, ਠੀਕ ਹੈ। ਕੋਈ ਵੀ ਐਪਲੀਕੇਸ਼ਨ ਹੈ, ਉਹਨੂੰ ਜੋ ਚੀਜ਼ਾਂ ਚਾਹੀਦੀਆਂ ਨੇ ਮੈਂ ਉਹ ਪਾਤੀਆਂ, ਠੀਕ ਹੈ। ਬਈ ਤੈਨੂੰ ਆਹ ਚੀਜ਼ਾਂ ਚਾਹੀਦੀਆਂ ਨੇ, ਲੈ ਤੂੰ ਆ ਵੀ ਲੈ ਲਾ, ਆ ਵੀ ਲੈ ਲਾ, ਜੋ ਵੀ ਤੈਨੂੰ ਚਾਹੀਦਾ ਲੈ ਲਾ, ਠੀਕ ਹੈ। ठीक है। ਤੇ ਹੁਣ ਇਹ ਕੰਟੇਨਰ ਜਿੱਥੇ ਵੀ ਮੈਂ ਪਾਉਂਗਾ, ਇਹ ਐਪਲੀਕੇਸ਼ਨ ਜੋ ਇਹਦੇ ਉੱਤੇ ਹੈ ਉਹ ਰਨਿੰਗ ਹੋ ਜਾਏਗੀ, ठीक है। ਠੀਕ ਹੈ। ਇਹ ਕੰਟੇਨਰ ਹੈ, ਠੀਕ ਹੈ। ਹੁਣ ਇਹ OS ਤੋਂ ਅਲੱਗ ਹੋ ਗਿਆ, ਠੀਕ ਹੈ। OS ਦੀ ਵਰਚੁਅਲਾਈਜੇਸ਼ਨ ਹੈ ਇਹ, ਉਹ ਹਾਰਡਵੇਅਰ ਦੀ ਸੀਗੀ VM। ਯੈਸ, ਠੀਕ ਹੈ। ठीक है। ਤੇ ਹੁਣ ਕੰਪੈਰੀਜ਼ਨ ਨਾਲੇ ਵਰਚੁਅਲ ਮਸ਼ੀਨ ਤੋਂ ਸਮਾਲਰ ਹੋਣਗੇ ਕਿਉਂਕਿ ਆਪਣੇ ਕੋਲ ਪੂਰਾ OS ਨਹੀਂ ਆਉਂਦਾ, ਆਪਣੇ ਕੋਲ ਸਿਰਫ ਐਪਲੀਕੇਸ਼ਨ ਦੀ ਉਹ ਹੁੰਦੀ ਹੈ, ਠੀਕ ਹੈ। ਤੇ ਇਹ ਦੇ ਆਰ ਫਾਸਟਰ ਦੈਨ ਇੰਸਟੈਂਸਿਸ, ਠੀਕ ਹੈ, ਇਨ ਡਿਪਲੋਇਮੈਂਟ ਐਂਡ ਐਨੀਥਿੰਗ, ਠੀਕ ਹੈ, ਜੋ ਵੀ ਚੀਜ਼ ਹੁੰਦੀ ਹੈ। ਤੇ ਆਪਾਂ ਇਹਨੂੰ ਯੂਜ਼ ਕਿੱਥੇ ਕਰਦੇ ਹਾਂ, ਯੂਜ਼ ਇਹ ਮੋਸਟਲੀ ਡਿਪਲੋਇਮੈਂਟ ਦੇ ਵਿੱਚ ਹੁੰਦਾ, ਕੁਇਕ ਡਿਪਲੋਇਮੈਂਟਸ ਤੇ ਡਿਵੈਲਪਮੈਂਟ, ਠੀਕ ਹੈ।
ਬੇਸਿਕਲੀ ਹੁਣ ਤੁਸੀਂ ਕਿਸੇ ਚੀਜ਼ ਨੂੰ ਸ਼ੇਅਰ ਕਰਨਾ ਵੀ ਮੈਂ ਇਹ ਚੀਜ਼ ਡਿਵੈਲਪ ਕਰ ਰਿਹਾ, ਤੂੰ ਚਲਾ ਕੇ ਦੇਖਣੀ ਆ ਆਲੇ ਡੋਕਰ ਕੰਟੇਨਰ ਫੜ, ਡੋਕਰ ਕਮਾਂਡ ਚਲਾ ਤੇ ਉਹ ਰਨਿੰਗ ਹੋ ਜਾਏਗਾ, ਦੈਟਸ ਆਲ। ਬੰਦੇ ਨੂੰ ਹੋਰ ਕੁਝ That's all. ਜਾਣਨ ਦੀ ਲੋੜ ਨਹੀਂ। ਅੱਛਾ, ਠੀਕ ਹੈ। ਬੈਕ ਐਂਡ ਤੇ ਕੀ VM ਚੱਲ ਰਿਹਾ ਕੀ ਨਹੀਂ ਚੱਲ ਰਿਹਾ ਹੈ, ਕੁਛ ਤਾਂ ਸਾਰਾ ਜਾਣ- VM ਸਾਰਾ ਹਾਂ। ਅਪਲੋਡ ਹੈ bro ਇਹ। ਹਾਂ ਹਾਂ ਹਾਂ, ਨਹੀਂ ਨਹੀਂ VM VM ਵਾਲੀ ਚੀਜ਼ ਨਹੀਂ ਹੁੰਦੀ, ਕੰਟੇਨਰਸ ਹੁੰਦੇ ਆ। VM ਤਾਂ ਤੁਹਾਡਾ ਉਹੀ ਹੋ ਗਿਆ ਨਾ ਯਾਰ, VM ਦੇ ਵਿੱਚ ਇੱਕ OS ਹੁੰਦਾ, ਬਹੁਤ ਕੁਝ ਹੁੰਦਾ, ਇਹਦੇ ਵਿੱਚ ਅਲੱਗ OS ਨਹੀਂ ਆਉਂਦਾ। ਇਹਦੇ ਵਿੱਚ ਐਪਲੀਕੇਸ਼ਨ ਤੇ ਉਹਦੀ ਨੀਡਸ, ਉਹਦੀ ਲਾਇਬ੍ਰੇਰੀਜ਼ ਹੀ ਹੁੰਦੀਆਂ ਬਸ। ਹੁਣ ਇੱਕ ਐਪਲੀਕੇਸ਼ਨ ਹੈ, ਉਹਨੂੰ ਲਾਇਬ੍ਰੇਰੀਜ਼ ਚਾਹੀਦੀਆਂ ਨੇ, ਉਹਨੂੰ ਕੁਛ ਨਾ ਕੁਛ ਚੀਜ਼ਾਂ ਚਾਹੀਦੀਆਂ ਨੇ, ਉਹ ਚੀਜ਼ਾਂ ਨੂੰ ਪੂਰੇ ਨੂੰ ਇੱਕ ਕੰਟੇਨਰ, ਇੱਕ ਡੱਬੇ 'ਚ ਬੰਦ ਕਰਤਾ ਆਪਾਂ, ਉਹਨੂੰ ਕਹਿੰਦੇ ਨੇ ਕੰਟੇਨਰ। ਠੀਕ ਹੈ। ਓਕੇ bro। ਹੁਣ ਕੀ ਐਗਜ਼ਾਮਪਲ ਲਈ ਇਹਦਾ, ਹੁਣ ਜਿਵੇਂ ਆਪਾਂ ਨੂੰ ਸ਼ੇਵ ਕਰਨ ਲਈ ਇੱਕ ਸ਼ੇਵਿੰਗ ਕਰੀਮ ਚਾਹੀਦੀ ਹੈ ਤੇ ਇੱਕ ਬਲੇਡ ਚਾਹੀਦਾ ਤੇ ਆਪਣੇ ਕੋਲ ਉਹ ਚਾਹੀਦਾ, ਸ਼ੇਵਰ ਚਾਹੀਦਾ, ਰਾਈਟ। ਤੇ ਉਹਦੇ ਲਈ ਆਪਣੇ ਕੋਲ ਕੀ ਹੈ ਕਿ ਆਪਣੇ ਕੋਲ 3 ਚੀਜ਼ਾਂ ਚਾਹੀਦੀਆਂ। ਇਹਨਾਂ 3 ਜਦੋਂ ਆਪਾਂ ਡੱਬੇ ਵਿੱਚ ਬੰਦ ਕਰਤਾ ਤਾਂ ਆਪਾਂ ਉਹ ਡੱਬੇ ਨੂੰ ਜਦੋਂ ਵੀ ਖੋਲਾਂਗੇ ਆਪਾਂ ਸ਼ੇਵ ਕਰ ਸਕਦੇ ਹਾਂ। ਇਹਦਾ ਵੀ ਉਹੀ ਮਤਲਬ ਹੈ ਕਿ ਰੈਡੀ ਟੂ ਗੋ ਹੈ। ਖੱਜਲ ਬਹੁਤ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਣੀ ਸਾਹਮਣੇ ਵਾਲੇ ਬੰਦੇ ਨੂੰ ਇਹਦੇ ਲਈ। ਠੀਕ ਹੈ। ਹੁਣ ਤੀਜੀ ਚੀਜ਼ ਹੁੰਦੀ ਹੈ ਸਰਵਰਲੈਸ। ਠੀਕ ਹੈ। ਅੱਜ ਬੜੀਆਂ ਸਿੱਧੀਆਂ ਲਾਈਨਾਂ ਬਣ ਰਹੀਆਂ ਨੇ। ਓਕੇ, ਇਹ ਆ ਗਈ ਸਰਵਰਲੈਸ। ਠੀਕ ਹੈ। ਹੁਣ ਸਰਵਰਲੈਸ ਕੀ ਹੁੰਦਾ ਹੈ ਕਿ ਜੋ ਤੁਸੀਂ ਆਪਾਂ ਇਲਾਸਟਿਕ ਬੀਨਸਟੌਕ ਦੀ ਗੱਲ ਕੀਤੀ ਸੀ ਕਾਈਂਡ ਆਫ, ਠੀਕ ਹੈ, ਤੁਸੀਂ ਡਿਪਲੋਇਮੈਂਟ ਦੀ ਜ਼ਿਆਦਾ ਟੈਨਸ਼ਨ ਨਹੀਂ ਲੈਂਦੇ ਹੋ। ਠੀਕ ਹੈ। ਤੁਸੀਂ ਬਸ ਇਹਨੂੰ ਦਿੱਤਾ ਕੋਡ, ਇਹਨੇ ਕਰਤਾ ਡਿਪਲੋਏ ਕਰਤਾ ਯਾ। ਠੀਕ ਹੈ। ਇੱਕ ਤਾਂ ਰਾਈਟਿੰਗ ਬੜੀ ਖਰਾਬ ਹੈ ਮੇਰੀ। ਹਾਂ, ਬਸ ਇਹਨੂੰ ਕਹਿ ਦੇਣਾ ਸਰਵਰਲੈਸ। ਠੀਕ ਹੈ। ਠੀਕ ਹੈ ਬ్రో। ਇਹ ਕਿੱਥੇ ਯੂਜ਼ ਹੁੰਦੀ ਆ? ਕਰੌਨ ਜੌਬਸ ਕਰਕੇ ਇੱਕ ਚੀਜ਼ ਹੁੰਦੀ ਆ, ਮੈਂ ਹੁਣ ਐਕਸਪਲੇਨ ਕਰ ਦੇਣਾ। ਚਲੋ ਕਰੌਨ ਜੌਬਸ ਵੀ ਤੁਹਾਨੂੰ ਦੱਸ ਦਿੰਦਾ। ਕਰੌਨ ਜੌਬਸ ਥੋੜ੍ਹਾ ਜਿਹਾ ਯਾਦ ਰੱਖਿਓ। ਠੀਕ ਹੈ। ਇਹ ਆਪਾਂ ਕਰਾਂਗੇ ਕਦੇ ਟਰਾਈ, ਇਹਨੂੰ ਆਪਾਂ ਬਣਾਵਾਂਗੇ ਵੀ ਕਰੌਨ ਜੌਬਸ ਨੂੰ, ਬਟ ਟਰਾਈ ਕਰਿਓ ਕਿ ਤੁਹਾਨੂੰ ਯਾਦ ਰਵੇ। ਠੀਕ ਹੈ। ਜੇ ਕੋਈ ਪੁੱਛੇ ਤਾਂ ਤੁਹਾਨੂੰ ਪਤਾ ਹੋਊਗਾ। ਵਾਟ ਆਰ ਕਰੌਨ ਜੌਬਸ? ਕਰੌਨ ਜੌਬਸ ਹੁਣ ਮੰਨ ਲਓ ਕਿ ਮੇਰਾ ਹੁੰਦਾ ਕਿ ਮੈਂ ਹਰ ਰੋਜ਼ 12 ਵਜੇ ਆਪਣੇ EMPLOYEES ਨੂੰ ਮੇਲ ਭੇਜਣੀ ਆ। ਠੀਕ ਹੈ। ਰਾਤ ਦੇ 12 ਵਜੇ ਕਿ ਜਾਗਤੇ ਰਹੋ। ਜਮੀ ਗਈ ਬਾਈ ਆਵਾਜ਼ ਤੁਹਾਡੀ। ਚਲੀ ਗਈ ਆਵਾਜ਼? ਕੱਟ ਰਹੀ ਹੈ ਵੀਰੇ। ਓਕੇ, ਹੈਲੋ, ਹਾਂਜੀ ਹਾਂਜੀ bro। ਆ ਗਈ ਆਵਾਜ਼ ਵਾਪਸ? ਹਾਂਜੀ ਹੁਣ ਬੋਲੋ। ਹਾਂਜੀ ਹਾਂਜੀ, ਆਵਾਜ਼ ਵਾਪਸ ਆ ਗਈ ਹੁਣ ਮੇਰੀ? ਹਾਂ ਆ ਰਹੀ ਹੈ bro ਯਾ। ਠੀਕ ਹੈ। ਓਕੇ, ਇਹ ਵਿੱਚ ਦੀ ਥੋੜੀ ਨੈਟਵਰਕ ਫਲਕਚੁਏਸ਼ਨਸ ਹੋਣਗੀਆਂ ਅੱਜ ਥਾਪਰ ਦੇ ਵਿੱਚ, ਪਤਾ ਨਹੀਂ ਕਿਉਂ। ਚਲੋ ਕੋਈ ਨਹੀਂ। ਓਕੇ, ਤਾਂ ਆਪਾਂ ਗੱਲ ਕਰੀਏ ਕਰੌਨ ਜੌਬਸ ਦੀ, ਰਾਈਟ। ਤੇ ਵਾਟ ਆਰ ਕਰੌਨ ਜੌਬਸ ਇਸ ਕਿ ਸਮਝ ਲਓ ਇੱਕ ਕੰਪਨੀ ਹੈ। ਠੀਕ ਹੈ। ਉਹ ਰਾਤ ਦੇ 12 ਵਜੇ ਚਾਹੁੰਦੀ ਹੈ ਕਿ ਮੈਂ ਰੋਜ਼ ਰਾਤ ਦੇ 12 ਵਜੇ ਆਪਣੇ EMPLOYEES ਨੂੰ ਮੇਲ ਭੇਜਾਂ ਕਿ ਜਾਗਤੇ ਰਹੋ। ਭਾਈ ਕੱਟ ਰਹੀ ਹੈ ਯਾਰ, ਗਿਟਾਰ ਜਾ ਵੱਜ ਰਿਹਾ ਕੰਨ ਤੇ। ਹਾਂ ਗਿਟਾਰ ਚੱਲ ਰਿਹਾ bro। ਹੁਣ ਠੀਕ ਹੈ? ਰੁਕ ਜਾਓ। ਹੁਣ ਠੀਕ ਹੈ, ਜਿਹੜਾ ਪਾਰਟ ਹੈ ਨਾ ਉਹ ਠੀਕ ਜਾਂਦਾ ਹੈ bro। ਹਾਂ ਸਹੀ ਕਹਿ ਰਿਹਾ। ਚਲੋ ਖੜ ਜਾਓ, ਹੁਣ ਆਪਾਂ ਦੁਬਾਰਾ ਸ਼ੇਅਰ ਕਰ ਰਿਹਾ। ਮੈਨੂੰ ਲੱਗਦਾ ਸਕਰੀਨ ਸ਼ੇਅਰਿੰਗ ਕਰਕੇ ਥੋੜੀ ਦਿੱਕਤ ਆ ਰਹੀ ਹੋਣੀ ਆ। ਹਾਂ ਤਾਂ ਮੇਰੀ ਸਕਰੀਨ ਸ਼ੇਅਰ ਬੰਦ ਹੀ ਕਰ ਦੇ, ਕੋਈ ਚੱਕਰ ਨਹੀਂ ਬਾਈ। ਕੋਈ ਟੈਂਪਰੇਰੀ ਬੰਦ ਹੀ ਨਹੀਂ, ਕਰ ਦੇ। ਥੋੜਾ ਜਿਹਾ ਆਪਾਂ ਨੂੰ ਜ਼ਰੂਰਤ ਵੈਸੇ ਹੈ ਇਹਦੀ। ਠੀਕ ਹੈ। ਅੱਛਾ ਓਕੇ ਓਕੇ ਹਾਂ ਹਾਂ। ਹੁਣ ਮੈਂ ਕਹਿ ਰਿਹਾ ਸੀ ਕਿ ਲੈਟਸ ਸੇ ਕਿ ਆਪਣੇ ਕੋਲ ਹੈ ਕਰੌਨ ਜੌਬਸ ਤੇ ਸੀ ਆਪਾਂ। ਇੱਕ ਕੰਪਨੀ ਹੈ ਆਪਣੇ ਕੋਲ। ਠੀਕ ਹੈ। ਉਹ ਆਪਣੇ EMPLOYEES ਨੂੰ ਰਾਤ ਦੇ 12 ਵਜੇ ਮੇਲ ਭੇਜਣਾ ਚਾਹੁੰਦੀ ਹੈ, ਜਾਗਤੇ ਰਹੋ। ਠੀਕ ਹੈ bro। ਠੀਕ ਹੈ। ਹੁਣ ਰੋਜ਼ 12 ਵਜੇ ਇੱਕ ਇਵੈਂਟ ਹੋ ਗਿਆ ਕਿ ਹਰ 12 ਵਜੇ ਇੱਕ ਇਵੈਂਟ ਟ੍ਰਿਗਰ ਹੋਏਗਾ ਕਿ ਜਿਹਦੇ 'ਚ ਉਹ ਮੇਲ ਭੇਜੇਗਾ। ਠੀਕ ਹੈ। ਤੇ ਆਪਣੇ ਕੋਲ ਇਹਦੇ 'ਚ ਇੱਕ ਹੋ ਗਿਆ ਕੰਡੀਸ਼ਨ ਤੇ ਇੱਕ ਹੋ ਗਿਆ ਐਕਸ਼ਨ। ਇਹ ਕੰਡੀਸ਼ਨ ਤੇ ਐਕਸ਼ਨ ਜਦੋਂ ਮਿਲਦੇ ਆ, ਇਹਨੂੰ ਆਪਾਂ ਕਹਿੰਦੇ ਨੇ ਕਰੌਨ ਜੌਬਸ। ਠੀਕ ਹੈ। ਜਿਵੇਂ ਆਪਾਂ ਲੈਟਸ ਟੇਕ ਐਨ ਐਗਜ਼ਾਮਪਲ ਕਿ ਤੁਹਾਡੇ ਡੇਟਾਬੇਸ ਦੇ ਵਿੱਚ ਕੋਈ ਨਵਾਂ ਡੇਟਾ ਆ ਤਾਂ ਉਹਦੇ ਲਈ ਕਰੌਨ ਜੌਬਸ। ਇਹ ਸਭ ਚੀਜ਼ਾਂ ਨੂੰ ਆਪਾਂ ਕਰੌਨ ਜੌਬਸ ਕਹਿ ਦਿੰਦੇ ਹਾਂ। ਇੱਕ ਇਵੈਂਟ ਤੇ ਜਦੋਂ ਐਕਸ਼ਨ ਨੂੰ ਮਿਲਾ ਦਿੱਤਾ ਜਾਂਦਾ ਉਹ ਹੋ ਜਾਂਦਾ ਕਰੌਨ ਜੌਬਸ। ਠੀਕ ਹੈ। ਕਰੌਨ ਜੌਬਸ ਦਾ ਮਤਲਬ ਸਮਝ ਆ ਗਿਆ ਆਪਾਂ ਨੂੰ, ਰਾਈਟ। ਤੇ ਸਰਵਰਲੈਸ ਕੰਪਿਊਟਿੰਗ ਮੇਨਲੀ ਕਰੌਨ ਜੌਬਸ ਦੇ ਵਿੱਚ ਯੂਜ਼ ਹੁੰਦੀ ਆ। ਠੀਕ ਹੈ।
ਜਾਂ ਤੁਹਾਡੀ ਆਪਾਂ ਕੋਈ ਵੈਬਸਾਈਟ ਡਿਪਲੋਏ ਕਰਨੀ ਹੈ। ਨਦੀਪ bro ਤੁਸੀਂ ਐਂ ਕਰੋ ਸਕਰੀਨ ਸ਼ੇਅਰਿੰਗ ਬੰਦ ਹੀ ਕਰ ਲਓ bro ਹਨਾ। ਓਕੇ ਬਹੁਤ ਹਾਂ ਗਿਟਾਰ ਹੀ ਵੱਜ ਰਿਹਾ ਬਾਈ ਸੱਚੀ ਦੱਸਾਂ ਹੁਣ ਅੱਜ ਠੀਕ ਹੈ ਵੀਰੇ। ਪਤਾ ਨੀ ਜ਼ਿਆਦਾ ਹੋਇਆ ਮੈਨੂੰ ਲੱਗਦਾ। ਹਾਂ ਹੁਣ ਬੈਸਟ ਹੁਣ ਠੀਕ ਆ bro ਆਵਾਜ਼ ਤਾਂ ਆ ਰਹੀ ਹੈ ਹਾਂ ਹੁਣ ਠੀਕ ਹੈ, ਹੁਣ ਆਪਾਂ ਸਕਰੀਨ ਸ਼ੇਅਰਿੰਗ ਦਾ ਕੀ ਕਰੀਏ, ਕੁਝ ਨਹੀਂ ਕਰ ਸਕਦੇ। ਜਦੋਂ ਜ਼ਰੂਰਤ ਪਈ ਮੈਂ ਉਦੋਂ ਕਰ ਦਿਆ ਕਰੂੰਗਾ ਬੈਟਰ। ਠੀਕ ਹੈ ਸ਼ਡਿਊਲ ਜੌਬ ਜਿਹੜੀ ਹੈਗੀ ਤੁਸੀਂ ਉਹ ਕਹਿ ਰਹੇ ਹੋ ਕ੍ਰੌਨ ਜੌਬਸ ਉਹ ਹੁੰਦੀ ਹੈ ਜਿਹੜੀ ਇੱਕ ਸ਼ਡਿਊਲ ਤੇ ਚੱਲਦੀ ਹੈ ਰਾਈਟ ਸ਼ਡਿਊਲ bro? ਜੌਬਸ ਨਹੀਂ ਵੀਰੇ, ਨਹੀਂ 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 ਨਹੀਂ। ਲੈਟਸ Okay. ਟੇਕ ਐਨ ਐਗਜ਼ਾਮਪਲ। ਆਪਣੇ ਕੋਲ ਹੈ ਇੱਕ ਇਵੈਂਟ ਹੈ, ਇਵੈਂਟ ਕੁਝ ਵੀ ਹੋ ਸਕਦਾ। ਇਵੈਂਟ ਠੀਕ ਹੈ bro. ਮਤਲਬ ਕੋਈ ਚੀਜ਼ ਹੈਪਨ ਹੋਈ ਹੈ ਕਿ 12 ਵੱਜ ਗਏ, ਇੱਕ ਇਵੈਂਟ ਹੈ ਤੁਹਾਡੇ ਡੇਟਾਬੇਸ ਦੇ ਵਿੱਚ, ਇੱਕ ਨਵਾਂ ਡੇਟਾ ਆ, ਇੱਕ ਇਵੈਂਟ ਹੈ। ਠੀਕ ਹੈ, ਜਾਂ ਤੁਹਾਡਾ ਕੁਛ ਨਾ ਕੁਛ ਕੋਈ ਵੀ ਚੀਜ਼ ਹੋਈ ਉਹ ਨਾਰਮਲੀ ਸ਼ੈਡਿਊਲਿੰਗ ਹੀ ਹੁੰਦੀ ਹੈ। ਠੀਕ ਹੈ, ਬਟ ਕੋਈ ਵੀ ਇਵੈਂਟ ਜਿਵੇਂ ਡੇਟਾਬੇਸ ਦਾ ਕੁਛ ਹੋ ਗਿਆ ਜਾਂ ਡੇਟਾਬੇਸ ਦੇ ਵਿੱਚ 100 ਡੇਟਾ ਨਵਾਂ ਆ ਗਿਆ, ਇੱਕ ਇਵੈਂਟ ਹੈ। ਠੀਕ ਹੈ, ਆਪਾਂ ਉਹਦੇ ਤੇ ਕੋਈ ਐਕਸ਼ਨ ਲਾਉਂਦੇ ਆ ਤੇ ਉਹਨੂੰ ਆਪਾਂ ਕਹਿੰਦੇ ਆ ਕ੍ਰੌਨ ਜੌਬਸ। ਠੀਕ ਹੈ ਠੀਕ ਹੈ, ਸਮਝ ਗਿਆ bro. ਜਿਵੇਂ ਰਾਤ ਦੇ 12 ਵਜੇ ਆਪਾਂ ਮੇਲਸ ਭੇਜਣੇ ਸੀ ਸਾਰੇ EMPLOYEES ਨੂੰ, ਉਹ ਵੀ ਕ੍ਰੌਨ ਜੌਬ ਹੈ। ਹਾਂ ਆਪਣੇ ਕੋਲ ਹੁਣ Okay. 1000 ਡੇਟਾ ਆ ਗਿਆ, ਆਪਾਂ ਕਿਹਾ ਹੁਣ ਠੀਕ ਹੈ ਟੈਂਪਰੇਰੀ ਮੈਮਰੀ ਭਰ ਗਈ, ਇਹਨੂੰ ਆਪਣੇ ਪਰਮਾਨੈਂਟ ਮੈਮਰੀ 'ਚ ਸ਼ਿਫਟ ਕਰ ਦਿਓ ਤੇ ਟੈਂਪਰੇਰੀ ਮੈਮਰੀ ਖਾਲੀ ਕਰ ਦਿਓ। ਇਹ ਵੀ ਇੱਕ ਕ੍ਰੌਨ ਜੌਬ ਹੈ। ਠੀਕ ਹੈ, ਓਕੇ 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 ਇਹ ਸਰਵਰਲੈਸ ਕੰਪਿਊਟਿੰਗ ਦੇ ਵਿੱਚ ਕਰ ਦਿੱਤਾ ਜਾਂਦਾ ਮੋਸਟਲੀ। ਠੀਕ ਹੈ, ਸਰਵਰਲੈਸ ਕੰਪਿਊਟਿੰਗ ਦੇ ਉੱਤੇ ਵੈਬਸਾਈਟਸ ਵੀ ਡਿਪਲੋਏ ਕੀਤੀਆਂ ਜਾਂਦੀਆਂ ਨੇ ਮੋਸਟਲੀ। ਠੀਕ ਹੈ, ਮੋਸਟਲੀ ਵੈਬਸਾਈਟਸ ਆਪਣੀ ਸਰਵਰਲੈਸ ਕੰਪਿਊਟਿੰਗ ਦੇ ਡਿਪਲੋਏ ਹੁੰਦੀਆਂ ਨੇ। ਠੀਕ ਹੈ, ਤਾਂ ਆਪਾਂ 3 ਟਾਈਪ ਦੀ ਕੰਪਿਊਟਿੰਗ ਪੜ੍ਹ ਲਈ, ਵਿਚ ਇਜ਼ ਇੰਸਟੈਂਸ, ਇੰਸਟੈਂਸ ਕੰਟੇਨਰਸ ਤੇ ਸਰਵਰਲੈਸ। ਤੇ ਸਰਵਰਲੈਸ ਠੀਕ ਹੈ bro. ਠੀਕ ਹੈ, ਆਪਣੇ ਕੋਲ ਹੁਣ ਕੀ ਹੁੰਦਾ ਹੈ, ਆਪਾਂ ਨੂੰ Amazon ਦਿੰਦਾ ਹੈ। ਠੀਕ ਹੈ, Amazon ਕੀ ਸਰਵਿਸਿਜ਼ ਪ੍ਰੋਵਾਈਡ ਕਰਦਾ ਹੈ? Amazon ਆਪਾਂ ਨੂੰ ਪ੍ਰੋਵਾਈਡ ਕਰਦਾ EC2। ਠੀਕ ਹੈ, EC2 ਦੇ ਨਾਮ, EC2 ਦੇ ਪਿੱਛੇ ਇੰਸਟੈਂਸ ਲੱਗਦਾ, ਤਾਂ EC2 ਕਿਹਦਾ ਟਾਈਪ ਹੋ ਗਿਆ? ਇੰਸਟੈਂਸ ਦਾ। ਇੰਸਟੈਂਸ ਠੀਕ ਹੈ bro. ਠੀਕ ਹੈ, ਇਹ ਧਿਆਨ ਰੱਖਿਓ ਕਿ ਹੁਣ ਇਹ ਚੀਜ਼ਾਂ ਪੁੱਛ ਸਕਦਾ EC2 ਕਿਹੜੀ ਕੰਪਿਊਟਿੰਗ ਮੈਥਡ ਦੇ ਵਿੱਚ ਆਉਂਦਾ। EC2 ਇਜ਼ ਐਨ ਮੈਥਡ ਆਫ ਇੰਸਟੈਂਸ। ਇੰਸਟੈਂਸ ਮੈਥਡ ਠੀਕ ਹੈ bro. ਠੀਕ ਹੈ, ਹੁਣ ਆਪਣੇ ਕੋਲ ਇੱਕ ਆਉਂਦਾ AWS ਲੈਮਡਾ। ਲੈਮਡਾ ਆ ਗਿਆ ਸਰਵਰਲੈਸ ਦੇ ਵਿੱਚ। ਲੈਮਡਾ ਸਰਵਿਸ ਠੀਕ ਹੈ. ਠੀਕ ਹੈ, ਨੈਕਸਟ ਆ ਗਿਆ ECS। ਟਰਾਈ ਕਰੋ ਜੇ ਤੁਸੀਂ ਇਹਦਾ ਫੁੱਲ ਫਾਰਮ ਬਣਾ ਸਕਦੇ ਹੋ। ਇਲਾਸਟਿਕ ਕੰਪਿਊਟ ਸਿਸਟਮ सिस्टम ਨਹੀਂ, सिस्टम ਇਹਦਾ ਹੁੰਦਾ ਹੈ ਇਲਾਸਟਿਕ ਕੰਟੇਨਰ ਭਾਈ ਸਰਵਿਸ। ਦੇਖ ਭਾਈ सिस्टम हैंग कर दिया भाई ने। ਸਹੀ ਗੱਲ ਠੀਕ ਹੈ, ਤਾਂ ECS ਇਹਨੂੰ ਇਲਾਸਟਿਕ ਕੰਟੇਨਰ ਸਰਵਿਸ ਓਕੇ ਹਾਂ ਇਹ ਕੰਟੇਨਰ ਦੇ ਵਿੱਚ ਆ ਜਾਂਦਾ, ਇਹਦੇ ਨਾਮ ਤੋਂ ਹੀ ਪਤਾ ਚੱਲ ਗਿਆ। हाँ इलास्टिक सही सा भाई हमारा ਇਲਾਸਟਿਕ ਠੀਕ ਹੈ। हमारा इलास्टिक ढीला ही है। ढीला ही है। ठीक है ब्रो ECS ठीक है। गुड ਇੱਕ ਹੁੰਦੀ ਆ EKS। ਹੁਣ ਇਹਦਾ ਟਰਾਈ ਕਰੋ। इलास्टिक कुबरनेटिस सर्विस ਹਾਂਜੀ ਇੱਕਦਮ ਸਹੀ। भाई 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 कुबरनेटिस वाले भैया बस 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 पता EKS नहीं ਇਲਾਸਟਿਕ, ਇਹ ਵੀ ਤੁਹਾਡੀ ਕਿਹਦੇ ਵਿੱਚ ਆ ਗਈ? ਕੰਟੇਨਰ ਦੇ ਵਿੱਚ ਆ ਗਈ, ਰਾਈਟ। ठीक है EKS हो गई ECS हो गई है ना हाँ ठीक है bro। EKS ECS ਲੈਮਡਾ EC2 ਆਪਾਂ 4 ਡਿਸਕਸ ਕਰ ਲਈਆਂ। ਠੀਕ ਹੈ, ਹੁਣ ਇੱਕ ਆਉਂਦੀ ਆ ਫਾਰਗੇਟ। ਪਤਾ ਨਹੀਂ ਇਹਨੂੰ ਐਂ ਪ੍ਰੋਨਾਉਂਸ ਕਰਦੇ, ਮੈਂ ਤਾਂ ਫਾਰਗੇਟ ਹੀ ਹੈ ਨਾ, FARGATE GA। ਹਾਂ पद मार दिए। फार्ट नहीं ब्रो फार अरे आई नो ਫਾਰਗੇਟ। अच्छा पता है भाई मैंने सुन ली भाई। मैं तो फारगेट ही नहीं पता लग गया किथे ब्रो ये AWS ਦਾ ਫਾਰਗੇਟ ਹੋਊਗਾ ਵੀਰੇ, ਕਿਤੇ ਤਾਂ ਹੋਊਗਾ ਹੀ, ਮੈਂ ਵੀ ਨਹੀਂ ਯੂਜ਼ ਕੀਤਾ। ਮੈਂ ਅੱਜ ਪੜ੍ਹ ਰਿਹਾ ਸੀ ਕੰਪਿਊਟਰਸ ਦੇ ਬਾਰੇ, ਤਦ ਮੈਨੂੰ ਪਤਾ ਚੱਲਿਆ ਇਹ ਵੀ ਐਗਜ਼ਿਸਟ ਕਰਦਾ फारगेट ਫਾਰਗੇਟ। ये फायरवॉल तो नहीं है किधर ਨਹੀਂ ਨਹੀਂ ਨਹੀਂ, ਇਹ ਵੀ ਆਪਣੀ AWS ਇੱਕ Fargate ਸਰਵਰਲੈਸ ਕੰਪਿਊਟ ਇੰਜਨ ਹੈ। या ठीक है। फारगेट है ब्रो इधर ना ਹੁਣ अब भी नहीं है किधर ਫਾਰਗੇਟ AWS फारगेट पा दे ब्रो। ਫਾਰਗੇਟ ਬਸ ਸਰਚ ਕਰ ਲਓ। फार ते गेट इकट्ठे पा दे। कटी ब्रो ऑल सर्विस से जाके सर्च मारना ना ਹਾਂ ਹਾਂ ਹਾਂ, अच्छा ओके FARGATE। चलो भाई होएगा मतलब लप नहीं रहा मैंने चलो हम तो गूगल पे लग लेते हैं। अच्छा गूगल अच्छा चलो लग हाँ, गया बिली
ਫਾਰਗੇਟ ਹੁੰਦਾ ਹੈ ਆਪਣਾ ਬੇਸਿਕਲੀ ਇੱਕ ਇਹ ਹੁਣ ਸਰਵਰਲੈਸ ਕੰਪਿਊਟ ਇੰਜਨ ਕੰਟੇਨਰਸ ਦੇ ਲਈ ਆ। ਅੱਛਾ ਠੀਕ ਹੈ, ਕੰਟੇਨਰਸ ਦੇ ਲਈ ਸਰਵਰਲੈਸ ਕੰਪਿਊਟਰ ਮਿਲ ਗਿਆ ਤੁਹਾਨੂੰ ਇੱਕ ECS ਤੇ EKS ਵਾਲੇ ਆਰਕੀਟੈਕਚਰ ਤੁਸੀਂ ਇਹਦੇ ਤੇ ਡਿਪਲੋਏ ਕਰ ਸਕਦੇ ਹੋ। ਠੀਕ ਹੈ, ਬਸ ਠੀਕ ਆ। ਇੱਕ ਆ ਗਿਆ ਇਲਾਸਟਿਕ ਬੀਨਸਟੌਕ ਜੋ ਆਪਾਂ ਗੱਲ ਕੀਤੀ ਸੀ, ਉਹ ਜਿਹੜਾ ਤੁਹਾਨੂੰ ਸਭ ਤੋਂ ਪਹਿਲਾਂ ਹੀ ਆਪਾਂ ਦੇਖ ਲਿਆ ਸੀ ਜਿਹੜਾ ਉਹਦੇ। ਠੀਕ ਹੈ, ਇਲਾਸਟਿਕ ਬੀਨਸਟੌਕ ਤੇ ਇਹ EBS ਨਹੀਂ ਹੈ, ਇੰਨਾ ਧਿਆਨ ਰੱਖਿਓ। EBS ਇਲਾਸਟਿਕ ਬੀਨਸਟੌਕ ਨਹੀਂ ਹੈ। ਆਪਾਂ ਮੈਂ ਕੱਲ ਬਾਰ-ਬਾਰ ਕਨਫਿਊਜ਼ ਹੋ ਰਿਹਾ ਸੀ ਨਾ EBS ਤੇ ਇਲਾਸਟਿਕ ਬੀਨਸਟੌਕ ਚ। EBS ਹੁੰਦਾ ਇਲਾਸਟਿਕ ਬਲੌਕ ਸਟੋਰੇਜ। ਇਲਾਸਟਿਕ ਬਲੌਕ ਸਟੋਰੇਜ, ਅੱਛਾ ਠੀਕ ਹੈ, ਇਲਾਸਟਿਕ ਬੀਨਸਟੌਕ ਹੀ ਹੈ। ਓਕੇ 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 ਠੀਕ ਹੈ, ਠੀਕ ਹੈ। ਆਪਣਾ ਬੇਸਿਕ ਆਪਾਂ ਨੂੰ ਹੁਣ ਕੰਪਿਊਟਰ ਦੇ ਬਾਰੇ ਨੌਲੇਜ ਹੋ ਚੁੱਕੀ ਆ। ਠੀਕ ਹੈ, ਫਿਰ ਤੋਂ ਮੈਂ ਇੱਕ ਵਾਰ ਸਮਰੀ ਕਰ ਦਿੰਦਾ। ਆਪਾਂ 3 ਟਾਈਪ ਦੀਆਂ ਚੀਜ਼ਾਂ ਪੜ੍ਹੀਆਂ, ਇੰਸਟੈਂਸ, ਕੰਟੇਨਰਸ ਤੇ ਸਰਵਰਲੈਸ। ਹਾਂ, ਇੱਕ ਹੋਰ ਚੀਜ਼ ਆਉਂਦੀ ਆ, ਠੀਕ ਹੈ, ਵਿਚ ਇਜ਼ ਹਾਈਬ੍ਰਿਡ। ਹਾਈਬ੍ਰਿਡ ਦਾ ਮਤਲਬ ਤੁਸੀਂ ਕੁਝ ਵੀ ਕੰਬਾਈਨ ਕਰਤਾ, ਇੱਧਰ ਉੱਧਰ ਕਰਤਾ, ਉਹ ਤੁਹਾਡੀ ਮਰਜ਼ੀ ਆ। ਠੀਕ ਹੈ, ਉਹਦੇ 'ਚ ਆਪਾਂ ਜ਼ਿਆਦਾ ਨਹੀਂ ਜਾਂਦੇ, ਪਰ ਮੇਨ 3 ਟਾਈਪ ਦੀ ਹੁੰਦੀ ਆ, ਇੰਸਟੈਂਸ, ਕੰਟੇਨਰਸ ਤੇ ਸਰਵਰਲੈਸ। ਠੀਕ ਹੈ, ਹੁਣ ਇੰਸਟੈਂਸ ਦੇ ਅੰਦਰ ਆਪਣੇ ਕੋਲ EC2 ਆਉਂਦਾ। ਠੀਕ ਹੈ, ਕੰਟੇਨਰਸ ਦੇ ਅੰਦਰ ਆਪਣੇ ਕੋਲ EKS ਇਲਾਸਟਿਕ ਕਿਊਬਰਨੇਟਿਸ ਸਰਵਿਸ ਤੇ ECS ਇਲਾਸਟਿਕ ਕੰਟੇਨਰ ਸਰਵਿਸ। ਠੀਕ ਹੈ, ਸਰਵਰਲੈਸ ਦੇ ਅੰਦਰ ਆਪਣੇ 3 ਪੜੇ, 3 ਸੀ ਆਪਣੇ ਕੋਲ, ਇੱਕ ਫਾਰਗੇਟ, ਇੱਕ ਲੈਮਡਾ ਤੇ ਇੱਕ ਇਲਾਸਟਿਕ ਬੀਨਸਟੌਕ। ਲੈਮਡਾ ਤੁਹਾਡਾ ਨਾਰਮਲ ਹੋ ਗਿਆ, ਫਾਰਗੇਟ ਤੁਹਾਡਾ ਆਪਣਾ ਕੀ ਕਹਿੰਦੇ ਆ ਕੰਟੇਨਰ ਸਰਵਿਸਿਜ਼ ਦਾ ECS ਤੇ EKS ਦੇ ਆਰਕੀਟੈਕਚਰ ਸਪੋਰਟ ਵਗੈਰਾ ਕਰਦਾ। ਠੀਕ ਹੈ, ਤੇ ਇਲਾਸਟਿਕ ਬੀਨਸਟੌਕ ਤੁਹਾਡਾ ਆਟੋ ਸਕੇਲਿੰਗ ਵਗੈਰਾ ਸਾਰੀ ਚੀਜ਼ਾਂ ਸਪੋਰਟ ਕਰਦਾ। ਤਾਂ ਥੋੜ੍ਹੇ ਬਹੁਤ ਫੀਚਰਸ ਇੱਧਰ ਉੱਧਰ ਹੋ ਜਾਂਦੇ ਉਹਨਾਂ ਦੇ। ਠੀਕ ਹੈ, ਇਲਾਸਟਿਕ ਬੀਨਸਟੌਕ ਕਿਸ 'ਚ ਆਉਂਦਾ ਦੱਸਿਆ ਸੀ? ਇਲਾਸਟਿਕ ਬੀਨਸਟੌਕ ਸਰਵਰਲੈਸ ਦੇ ਵਿੱਚ। ਸਰਵਰਲੈਸ ਵਿੱਚ ਹੈ ਨਾ? ਇੱਕ ਵਾਰ ਕਨਫਰਮ ਕਰ ਲੈਣਾ ਮੈਨੂੰ। ਇਜ਼ ਇਲਾਸਟਿਕ ਬੀਨਸਟੌਕ ਐਂਡ serverless compute method। ਇਹ ਕੰਪਿਊਟ ਮੈਥਡ ਹੁੰਦੇ ਜੋ ਆਪਾਂ not purely ਓਕੇ, not purely ਮਤਲਬ ਕੁਛ ਹੋਰ ਵੀ ਇਹਦੇ ਵਿੱਚ ਬੇਸਿਕਲੀ ਇੰਸਟੈਂਸ ਤੇ ਸਰਵਰਲੈਸ ਦਾ ਕੰਬਾਈਨਡ ਹੈ। ਇੱਦਾਂ ਦਾ ਦੇਖ ਲਓ। ਅੱਛਾ ਓਕੇ, ਠੀਕ ਹੈ, EC2 ਤੇ ਆਪਣਾ ਲੈਮਡਾ ਵਗੈਰਾ ਕੰਬਾਈਨ ਕਰਦਾ ਹੈ। ਠੀਕ ਹੈ, ਚਲੋ ਕੱਲੇ ਕੱਲੇ ਕਰਾਂਗੇ ਤਾਂ ਸਮਝ ਆਊਗਾ ਬਈ, ਹਨਾ? ਹਾਂ, ਓਵਰਵਿਊ 'ਚ ਲੈ ਲਿਆ ਆਪਾਂ। ਓਵਰਵਿਊ ਦਾ ਮਤਲਬ ਇਹ ਆਪਾਂ ਨੂੰ ਬੇਸਿਕਲੀ ਕੰਪਿਊਟ ਕਿੰਨੇ ਟਾਈਪ ਦੀ ਸੀ ਉਹ ਪਤਾ ਹੋਣਾ ਜ਼ਰੂਰੀ ਸੀ। ਠੀਕ ਹੈ, ਆਪਾਂ ਹਜੇ ਤਾਂ ਇੱਕ ਵਾਰ EC2 ਹੀ ਕਰਾਂਗੇ, ਫਿਰ ਆਪਾਂ ਸਟੋਰੇਜ ਤੇ ਮੂਵ ਕਰ ਜਾਵਾਂਗੇ। ਆਪਾਂ ਸਾਰਾ EC2 ਸਾਰੇ ਨਹੀਂ ਕਰਦੇ, ਉਹ ਬਾਅਦ ਚੋਂ ਕਰਾਂਗੇ ਆਪਾਂ। ਠੀਕ ਹੈ, ਇੱਕ ਵਾਰ ਆਪਾਂ ਡਿਪਲੋਏ ਕਰ ਦਈਏ, ਉਸ ਤੋਂ ਬਾਅਦ ਚੋਂ ਦੇਖਾਂਗੇ ਕੀ ਕਰਨਾ। ਠੀਕ ਹੈ, ਠੀਕ ਹੈ, ਕਰ ਲਓ ਬਈ ਸਕਰੀਨ ਸ਼ੇਅਰ, ਹਨਾ? ਕੀ ਪਤਾ ਹੁਣ ਤੁਹਾਡਾ, ਹਨਾ? ਹਾਂ ਕਰਦਾ। I'll just share my screen again। ਆ ਲਓ ਵੀਰੇ, ਓਕੇ। ਹੁਣ ਆਪਾਂ ਜਿਵੇਂ ਦੇਖਿਆ ਕਿ EC2 ਇੱਕ VM ਹੈ, ਰਾਈਟ? ਹੁਣ ਓਕੇ, ਇਰੇਜ਼ਰ ਕੰਟਰੋਲ ++। ਹੁਣ ਜਿਵੇਂ ਆਪਾਂ ਦੇਖਿਆ EC2 ਇੱਕ VM ਹੈ। ਠੀਕ ਹੈ, ਮੈਂ ਤੁਹਾਨੂੰ ਇਹਦੇ ਤੇ ਇੱਕ OS ਦੇ ਦਿੱਤਾ ਜਾਏਗਾ ਤੇ ਤੁਸੀਂ ਜੋ ਕਰਨਾ ਕਰੀ ਚੱਲੋ, ਇੱਦਾਂ ਦਾ ਹੁੰਦਾ, ਸਮਝ ਲਓ। ਠੀਕ ਹੈ, ਹੁਣ ਇਹਦਾ ਫਾਇਦਾ ਕੀ ਹੈ ਆਪਾਂ ਨੂੰ? ਜੇ ਮੈਂ ਬਾਕੀ ਕੁਝ ਹੋਰ ਪ੍ਰੈਫਰ ਕਰਨ ਦੀ ਥਾਂ ਤੇ ਵਾਈ ਵੁੱਡ ਆਈ ਪ੍ਰੈਫਰ EC2? ਤੇ ਮੋਸਟਲੀ EC2 ਹੀ ਪ੍ਰੈਫਰ ਕੀਤਾ ਜਾਂਦਾ। ਐਂਡ ਵਾਟ ਮਾਈਟ ਦਾ ਰੀਜ਼ਨ ਬੀ, ਇਫ ਯੂ ਕੈਨ ਥਿੰਕ ਆਫ ਐਨੀਥਿੰਗ, ਜੇ ਕੁਛ ਆਪਾਂ ਨੂੰ ਲੱਗਦਾ ਸੋਚਿਆ ਜਾਂਦਾ ਤਾਂ। ਨਹੀਂ ਪ੍ਰੈਫਰ ਕਿਉਂ ਕਰਦੇ ਆਪਾਂ? ਹਾਂਜੀ,
ਓਕੇ ਆਈਲ ਟੈਲ ਕਿ ਇਹਦੇ ਕੋਲ ਆਪਣੇ ਕੋਲ OS ਦਾ ਫੁੱਲ ਕੰਟਰੋਲ ਆ ਜਾਂਦਾ ਆਪਰੇਟਿੰਗ ਸਿਸਟਮ ਦਾ ਠੀਕ ਹੈ ਜਿਹੜਾ ਬਾਕੀ ਮਰਜ਼ੀ ਯੂਜ਼ ਕਰ ਸਕਦੇ ਹੋ ਸਿਸਟਮ। ਨਹੀਂ ਜਿਹੜਾ ਮਰਜ਼ੀ ਨਹੀਂ ਆਪਾਂ OS ਤੇ ਕੁਝ ਵੀ ਆਪਰੇਸ਼ਨਸ ਕਰ ਸਕਦੇ ਹਾਂ ਰਾਈਟ ਆਪਾਂ ਵਿੰਡੋਜ਼ ਵਾਲੇ ਕੋਈ ਵੀ ਆਪਰੇਸ਼ਨਸ ਯੂਜ਼ ਕਰ ਸਕਦੇ ਹਾਂ ਬਾਕੀਆਂ ਦੇ ਵਿੱਚ ਆਪਾਂ ਇਹ ਨਹੀਂ ਕਰ ਪਾਵਾਂਗੇ ਰਾਈਟ ਕਿਉਂਕਿ ਆਪਣੇ ਕੋਲ ਇੱਕ ਕੰਟੇਨਰ ਸਰਵਿਸ ਹੀ ਮਿਲਦੀ ਆ ਆਪਾਂ ਨੂੰ ਪੂਰਾ ਇੱਕ OS ਦਾ ਕੰਟਰੋਲ ਨਹੀਂ ਮਿਲਦਾ ਠੀਕ ਹੈ ਜੇ ਆਪਾਂ ਨੂੰ ਪੂਰਾ ਕੰਟੇਨਰ ਦਾ OS ਦਾ ਕੰਟਰੋਲ ਮਿਲ ਗਿਆ ਫਿਰ ਉਹ ਵਾਪਸ ਇੰਸਟੈਂਸ ਹੀ ਬਣ ਜਾਏਗਾ ਵਰਚੁਅਲ ਮਸ਼ੀਨ ਹੀ ਬਣ ਜਾਏਗੀ ਠੀਕ ਹੈ ਕਿਸੇ ਵੀ ਸਾਈਜ਼ ਦਾ ਇੰਸਟੈਂਸ ਕਿਸੇ ਵੀ ਅਵੇਲੇਬਿਲਿਟੀ ਜਾਂ ਕਿਸੇ ਵੀ ਰੀਜਨ ਦੇ ਵਿੱਚ ਲਾਂਚ ਕਰ ਸਕਦਾ ਮੈਂ ਠੀਕ ਹੈ ਇਹ ਚੀਜ਼ਾਂ ਬੋਲੇ ਜਾਂਦੇ ਨੇ ਕਿ ਇੰਸਟੈਂਸ ਕਿਉਂ ਪ੍ਰੈਫਰ ਕੀਤਾ ਜਾਂਦਾ ਬਾਕੀਆਂ ਦੇ ਨਾਲੋਂ ਠੀਕ ਹੈ ਓਕੇ ਮਤਲਬ ਆਪਾਂ ਜੇ ਇਹਦੇ ਬੈਨੀਫਿਟਸ ਦੀ ਗੱਲ ਕਰੀਏ ਆਪਾਂ ਇੱਕ ਤਾਂ ਹੋ ਗਈ ਕੰਪਿਊਟਿੰਗ ਇਲਾਸਟਿਕ ਕੰਪਿਊਟਿੰਗ ਆਪਾਂ ਨੂੰ ਬਾਕੀਆਂ ਦੇ ਵਿੱਚ ਵੀ ਮਿਲੀ ਜਾਂਦੀ ਹੈ ਵੈਸੇ ਤਾਂ ਬਟ ਜਸਟ ਟੂ ਬੀ ਸ਼ੋਰ ਮੈਂ ਟੈਕਸਟ ਵਾਲੀ ਖੋਲ ਲੈਣਾ ਠੀਕ ਹੈ ਇਲਾਸਟਿਕ ਕੰਪਿਊਟਿੰਗ then there was ਕਿ ਆਪਣੇ ਕੋਲ ਕੰਪਲੀਟ ਕੰਟਰੋਲ ਹੁੰਦਾ ਫਲੈਕਸੀਬਲ ਹੋਸਟਿੰਗ ਰੀਜਨਸ ਵਗੈਰਾ ਆ ਗਏ ਆਪਣੇ ਤੇ ਸਟਾਰਟ ਆਈ ਥਿੰਕ ਬਾਕੀ ਜੋ ਵੀ ਆਪਣੇ ਕਲਾਊਡ ਕੰਪਿਊਟਿੰਗ ਦੇ ਹੁੰਦੇ ਫਾਇਦੇ ਉਹ ਦੱਸ ਦਿਓ ਨਾਲ ਦੀ ਨਾਲ ਕਿ ਸਿਕਿਉਰ ਰਿਲਾਇਬਲ ਫਾਸਟ ਇਹ ਸਭ ਚੀਜ਼ਾਂ ਦੱਸ ਦਿਓ ਬਸ ਮੇਨ ਚੀਜ਼ਾਂ ਜੋ ਇਹਨੂੰ ਬਾਕੀ ਤੋਂ ਡਿਫਰੈਂਸ਼ੀਏਟ ਕਰਨਗੇ ਉਹ ਇਹ ਤਿੰਨ ਚੀਜ਼ਾਂ ਨੇ ਠੀਕ ਹੈ ਓਕੇ ਲੈਟਸ ਮੂਵ ਔਨ ਅੱਗੇ ਠੀਕ ਹੈ ਹੁਣ ਆਪਣੇ ਕੋਲ ਹੁੰਦੇ ਹੈਗੇ ਜਿਵੇਂ ਆਪ ਲੈਟਸ ਇਹਨੂੰ ਮੈਂ ਇੱਥੇ ਰੱਖਦਾ ਸਾਈਡ ਤੇ ਇਹ ਠੀਕ ਹੈ ਹੁਣ ਆਪਾਂ ਰੀਜਨਸ ਪੜ੍ਹੇ ਸੀ ਲੈਟ ਮੀ ਕਾਲ ਮੈਂ ਰੀਜਨਸ ਨੂੰ R ਲਿਖ ਰਿਹਾ ਠੀਕ ਹੈ ਆਪਾਂ ਹੁਣ ਇੱਕ ਦੇਖਾਂਗੇ VPC ਠੀਕ ਹੈ ਹੁਣ ਆਪਾਂ ਦੇਖਾਂਗੇ ਉਹਦੇ ਬਾਅਦ ਚੋਂ ਅਵੇਲੇਬਿਲਿਟੀ ਜ਼ੋਨਸ ਤਾਂ ਆਪਾਂ ਦੇਖ ਲਏ ਸੀਗੇ ਰਾਈਟ AZ ਤੇ ਇੱਕ ਆਪਾਂ ਦੇਖਾਂਗੇ ਪਬਲਿਕ ਸਬਨੈਟ PS ਬੇਸਿਕਲੀ ਚੀਜ਼ਾਂ ਕੀ ਹੈ ਆਪਾਂ ਬੇਸਿਕਲੀ ਇਹਨਾਂ ਦਾ ਸਟਰਕਚਰ ਦੇਖਾਂਗੇ ਕਿ ਆਪਾਂ ਨੂੰ EC2 ਕਿਵੇਂ ਮਿਲਦਾ ਕਿੱਥੇ ਕਿੱਥੇ ਹੋਸਟਡ ਹੁੰਦੇ ਆ ਕੀ ਹੁੰਦਾ ਠੀਕ ਹੈ ਤੇ ਲੈਟਸ ਜਸਟ ਸਟਾਰਟ ਆਪਣੇ ਕੋਲ ਇੱਕ ਆਪਾਂ ਦੋ ਰੀਜਨਸ ਬਣਾਉਣੇ ਪਹਿਲਾਂ ਨਾ ਠੀਕ ਹੈ ਲੈਟ ਮੀ ਕਾਲ ਦਿਸ ਰੀਜਨ 1 ठीक है ये USA ਦਾ ਲੈ ਲਓ ਇੰਡੀਆ ਦਾ ਲੈ ਲਓ ਮੁੰਬਈ ਲੈ ਲਓ ਠੀਕ ਹੈ bro ਹੋ ਗਿਆ ਰੀਜਨ 2 ਠੀਕ ਹੈ ਹੁਣ ਇਹ ਰੀਜਨ ਦੇ ਅੰਦਰ ਮਲਟੀਪਲ VPCs ਹੋਣਗੇ ਡਿਫਾਲਟ VPCs ਹੁੰਦੇ ਆ ਕੁਝ ਆਈ ਥਿੰਕ VPC ਦਾ ਫੁੱਲ ਫਾਰਮ ਹੁੰਦਾ ਹੈ ਵਰਚੁਅਲ ਪ੍ਰਾਈਵੇਟ ਕੰਪਿਊਟਰ ਓਕੇ ਠੀਕ ਹੈ ਇੱਕ ਵਾਰ ਚੈੱਕ ਕਰ ਲੈਂਦੇ ਹਾਂ ਮੈਂ ਵੀ ਬੜੇ ਟਾਈਮ ਦਾ VPC ਵਰਚੁਅਲ ਪ੍ਰਾਈਵੇਟ ਕਲਾਊਡ ਸੌਰੀ ਠੀਕ ਹੈ ਮਤਲਬ ਆਪਾਂ ਨੂੰ ਇੱਕ ਪ੍ਰਾਈਵੇਟ ਕਲਾਊਡ ਮਿਲ ਜਾਂਦਾ ਇਹ ਰੀਜਨ ਦੇ ਅੰਦਰ ਠੀਕ ਹੈ ਇਹਦੇ ਅੰਦਰ ਆਪਾਂ ਨੂੰ ਡਿਫਾਲਟ VPCs ਹੁੰਦੇ ਆ ਹਰੇਕ ਦੇ ਕੁਝ ਨੰਬਰ ਆਫ ਡਿਫਾਲਟ VPCs ਹੁੰਦੇ ਆ ਜਾਂ ਆਪਾਂ ਇੱਕ ਕਸਟਮ VPC ਬਣਾ ਸਕਦੇ ਹਾਂ ਮਤਲਬ ਆਪਣੇ ਕੋਲ ਇੱਕ ਕਲਾਊਡ ਬਣ ਜਾਏਗਾ ਪ੍ਰਾਈਵੇਟ ਕਲਾਊਡ ਬਣ ਜਾਏਗਾ ਆਪਣਾ ਠੀਕ ਹੈ ਹੁਣ ਇਹ VPC ਆ ਗਿਆ ਇਹਦੇ ਅੰਦਰ ਮੈਂ 4 ਬਣਾਤੇ ਮੰਨ ਲਓ ਠੀਕ ਹੈ ਇਹਨੂੰ ਕਹਿ ਸਕਦੇ ਇਹਦੇ ਮਤਲਬ ਇਹਦੇ ਸਪੈਸਿਫਿਕ IP ਰੇਂਜ ਹੋਊਗੀ ਹੈ ਨਾ ਕੋਈ ਬਈ ਇਹਦੇ ਚ ਨਹੀਂ ਉਹ ਆਪਾਂ ਦੇਖ ਰਹੇ ਹਾਂ ਮਤਲਬ ਕਾਈਂਡ ਆਫ ਇਹਦੀ IP ਰੇਂਜ ਹੋਏਗੀ ਹਾਂ ਰੇਂਜ ਮੇਨ ਚੀਜ਼ ਹਾਂ ਰੇਂਜ ਕਹੀ ਤੁਸੀਂ ਉਹ ਠੀਕ ਹੈ ਰੇਂਜ ਕਿਉਂਕਿ ਇਹਦੇ ਵਿੱਚ ਫਿਰ ਸਬਨੈਟ ਬਣੂਗਾ ਨਾ ਅੱਗੇ ਆ ਕੇ ਹਾਂ ਇਹਦੇ ਅੰਦਰ ਆਏਗਾ ਅਵੇਲੇਬਿਲਿਟੀ ਜ਼ੋਨਸ ਹੁਣ ਓਕੇ ਠੀਕ ਹੈ ਹਾਂਜੀ ਆਪਾਂ ਦੇਖਿਆ ਸੀ ਕਿ ਇੱਕ ਰੀਜਨ ਦੇ ਅੰਦਰ ਬਹੁਤ ਜ਼ਿਆਦਾ ਅਵੇਲੇਬਿਲਿਟੀ ਜ਼ੋਨਸ ਬਣਾਏ ਜਾਂਦੇ ਆ ਮਤਲਬ ਇੱਕ ਤੋਂ ਜ਼ਿਆਦਾ ਬਣਾਏ ਜਾਂਦੇ ਆ ਟੈਕਨੀਕਲੀ ਤਾਂ ਉਹਨੂੰ ਰੀਜਨ ਕਿਹਾ ਜਾਂਦਾ ਠੀਕ ਹੈ ਤੇ ਇਹਦੇ ਅੰਦਰ ਮੰਨ ਲਓ 2 ਇਹਦੇ ਅੰਦਰ ਮੰਨ ਲਓ 2 ਠੀਕ ਹੈ ਹੁਣ ਇਹ ਅਵੇਲੇਬਿਲਿਟੀ ਜ਼ੋਨ ਦਾ ਅੱਡ ਰੇਂਜ ਹੋ ਸਕਦੀ ਹੈ ਇਹਦੀ ਅੱਡ ਰੇਂਜ ਹੋ ਸਕਦੀ ਆ ਇੱਦਾਂ ਦਾ ਮਤਲਬ ਕੁਝ ਹੁੰਦਾ ਠੀਕ ਹੈ ਉਹ ਆਪਾਂ ਦੇਖਾਂਗੇ ਆਈ ਥਿੰਕ ਇੱਕ VPC ਦੀ ਪਾਰਟੀਕੂਲਰ ਰੇਂਜ ਹੁੰਦੀ ਹੈ ਤੇ ਉਹਦੇ ਬਾਅਦ ਚੋਂ ਅਵੇਲੇਬਿਲਿਟੀ ਜ਼ੋਨਸ ਨੂੰ ਅੱਡ ਰੇਂਜ ਦੇ ਦਿੱਤੀ ਜਾਂਦੀ ਹੈਗੀ ਠੀਕ ਹੈ ਹੁਣ ਉਹਦੇ ਅੰਦਰ ਹੁੰਦਾ ਇੱਕ ਸਿਕਿਉਰਿਟੀ ਗਰੁੱਪ ਠੀਕ ਹੈ ਨਹੀਂ ਉਹਦੇ ਅੰਦਰ ਹਜੇ ਵੀ ਮੈਂ ਮਿਸ ਕਰਤਾ ਇੱਕ ਹੋਰ ਚੀਜ਼ ਪਬਲਿਕ ਸਬਨੈਟ ਹੁਣ ਇਹਦਾ IP ਐਡਰੈਸ ਹੋ ਗਿਆ ਕਿਸ ਚੀਜ਼ ਦਾ bro ਆਪਣਾ ਜੋ EC2 ਇੰਸਟੈਂਸ ਹੋਏਗਾ
ਉਹਨੂੰ ਆਪਾਂ ਇੱਕ ਹਾਂ, ਆਈਪੀ ਐਡਰੈਸ ਦਵਾਂਗੇ, ਉਹਨੂੰ ਇੱਕ ਆਪਾਂ ਪਬਲਿਕ ਆਈਪੀ ਦਵਾਂਗੇ, ਉਹਨੂੰ ਆਪਾਂ ਇੱਕ ਪ੍ਰਾਈਵੇਟ ਆਈਪੀ ਦਵਾਂਗੇ। ਪ੍ਰਾਈਵੇਟ ਦਵਾਂਗੇ, ਠੀਕ ਹੈ ਬ్రో। ਠੀਕ ਹੈ, ਪਬਲਿਕ ਦਾ ਮਤਲਬ ਹੋ ਗਿਆ ਜਿਹਨੂੰ ਲੋਕ ਦੇਖ ਸਕਣ, ਪ੍ਰਾਈਵੇਟ ਮਤਲਬ ਜਿਹਨੂੰ ਲੋਕ ਐਕਸੈਸ ਕਰ ਸਕਣ। ਠੀਕ ਹੈ, ਮੰਨ ਲਓ ਜਿਹੜਾ ਆਪਣਾ ਫਰੰਟ ਐਂਡ ਹੋ ਗਿਆ। ਪ੍ਰਾਈਵੇਟ ਹੋ ਗਿਆ ਆਪਣਾ ਬੈਕ ਐਂਡ, ਜਿਹਨੂੰ ਸਿਰਫ ਆਪਣਾ ਫਰੰਟ ਐਂਡ ਜਾਂ ਸਿਰਫ ਇਹ ਆਪਣਾ EC2 ਇੰਸਟੈਂਸ ਆਪਣਾ ਉਹਨੂੰ ਮਤਲਬ ਐਕਸੈਸ ਕਰ ਸਕੇ। ਠੀਕ ਹੈ, ਠੀਕ ਹੈ, ਇਹ ਆਈਪੀ ਐਡਰੈਸ ਹੋ ਗਿਆ, ਇਹਨੂੰ ਆਪਾਂ ਸਬਨੈਟ ਕਹਿੰਦੇ ਹੈਗੇ। ਠੀਕ ਹੈ ਬ్రో। ਠੀਕ ਹੈ, ਹੁਣ ਇੱਥੇ ਆਪਣੇ ਕੋਲ ਆ ਹੋ ਗਿਆ। ਹੁਣ ਪਬਲਿਕ ਸਬਨੈਟ ਪ੍ਰਾਈਵੇਟ ਸਬਨੈਟ ਦੇ ਅੰਦਰ ਇੱਕ ਮਤਲਬ ਇਹ ਚੀਜ਼ ਮੰਨ ਲਓ ਇੱਕ ਸਿਕਿਉਰਿਟੀ ਗਰੁੱਪ ਆ ਜਾਂਦਾ। ਇਹ ਤਾਂ ਬੜਾ ਹੀ ਛੋਟਾ ਜਿਹਾ ਚਲਿਆ ਗਿਆ। ਓਕੇ, ਆਈ ਮੇਕ ਇੱਥੇ ਆ ਮੰਨ ਲਓ ਇੱਕ ਪਬਲਿਕ ਸਬਨੈਟ ਹੈ ਆਪਣਾ, ਇਹਦੇ ਅੰਦਰ ਇੱਕ ਸਿਕਿਉਰਿਟੀ ਗਰੁੱਪ ਆਏਗਾ। ਠੀਕ ਹੈ, ਤੇ ਇਹਦੇ ਅੰਦਰ ਆਪਣਾ ਇੰਸਟੈਂਸ ਆਏਗਾ। ਠੀਕ ਹੈ, ਹੁਣ ਤੁਸੀਂ ਇਹਦੀ ਬ੍ਰੇਕਡਾਊਨ ਸਮਝ ਗਏ ਕਿਵੇਂ ਹੁੰਦਾ। ਇੱਕ ਹੋਏ ਦੱਸ ਦਿੰਦੇ, ਇੱਕ ਰੀਜਨ ਆ ਬਾਹਰ, ਰੀਜਨ ਅੰਦਰ ਕੀ ਨੇ ਇਹ VPC ਨੇ ਚਾਰ ਬਣਾਤੇ। ਮੈਂ 2 ਮਿੰਟ ਲਿਖ ਦੇਣਾ। VPC ਨੂੰ ਮੈਂ V ਲਿਖਤਾ, ਇਹਨੂੰ ਮੈਂ AZ ਲਿਖ ਦੇਣਾ, ਇਹ ਲਿਖਤਾ ਮੈਂ। AZ ਕੀ ਹੋਇਆ ਦੁਬਾਰਾ ਬੋਲਿਓ। ਅਵੇਲੇਬਿਲਿਟੀ ਜ਼ੋਨਸ। ਅੱਛਾ, ਉਹ VPC ਦੇ ਵਿੱਚ ਆਉਂਦੇ ਨੇ। ਓਕੇ, ਹਾਂ, ਮੈਨੂੰ ਸੀਗਾ ਰੀਜਨ ਦੇ ਵਿੱਚ ਪਹਿਲਾਂ ਅਵੇਲੇਬਿਲਿਟੀ ਜ਼ੋਨ ਆਉਂਦਾ ਫੇਰ ਆਉਂਦੇ ਨੇ ਹਨਾ VPC। ਨਹੀਂ ਇਹਨਾਂ ਨੇ ਅਵੇਲੇਬਿਲਿਟੀ ਜ਼ੋਨ ਦੇ ਅੰਦਰ ਆਪਾਂ ਨੇ ਉਹ ਰੱਖਿਆ ਹੋਇਆ VPC ਨਹੀਂ, VPC ਦੇ ਅੰਦਰ ਅਵੇਲੇਬਿਲਿਟੀ ਜ਼ੋਨ ਰੱਖੇ ਹੋਏ ਹੈਗੇ। ਠੀਕ ਹੈ, ਅੱਛਾ, ਓਕੇ। ਅਵੇਲੇਬਿਲਿਟੀ ਜ਼ੋਨ ਦੇ ਅੰਦਰ ਤੁਹਾਡਾ ਪਬਲਿਕ ਪ੍ਰਾਈਵੇਟ ਸਬਨੈਟ ਆ ਗਿਆ, ਤੇ ਉਹਦੇ ਅੰਦਰ ਤੁਹਾਡਾ ਸਿਕਿਉਰਿਟੀ ਗਰੁੱਪ ਆ ਗਿਆ। ਹੁਣ ਇਹਦੇ ਅੰਦਰ ਇਹ ਇੱਕ ਜੋ ਇੰਸਟੈਂਸ ਹੈ ਮਲਟੀਪਲ ਸਿਕਿਉਰਿਟੀ ਗਰੁੱਪਸ ਦੇ ਅੰਦਰ ਹੋ ਸਕਦਾ। ਇਹ ਮੈਂ ਤੁਹਾਨੂੰ ਦੱਸੂਗਾ ਕਿ ਸਿਕਿਉਰਿਟੀ ਗਰੁੱਪਸ ਦਾ ਕੰਮ ਕੀ ਹੁੰਦਾ ਤੇ ਕੀ ਕਰਦੇ ਨੇ, ਉਹ ਆਪਾਂ ਅੱਗੇ ਡਿਸਕਸ ਕਰਦੇ ਹਾਂ। ਠੀਕ ਹੈ, ਤੇ ਇਹ ਚੀਜ਼ ਹੋ ਗਈ ਆਪਣੀ ਇੱਕ, ਤੇ ਬਸ ਇਹ ਤੁਹਾਡਾ ਇੱਕ ਇੰਸਟੈਂਸ ਆ ਗਿਆ। ਇਹਦਾ ਬ੍ਰੇਕਡਾਊਨ ਹੋ ਗਿਆ ਆਰਕੀਟੈਕਚਰ, ਇਹਨੂੰ ਆਪਾਂ ਆਰਕੀਟੈਕਚਰ ਕਹਿੰਦੇ ਆਂਗੇ। ਠੀਕ ਹੈ ਬ్రో। ਠੀਕ ਹੈ, ਜੇ ਤੁਹਾਨੂੰ ਪੁੱਛਿਆ ਜਾਵੇ ਵੀ ਬ੍ਰੇਕਡਾਊਨ ਉਹਦਾ ਜਾਂ ਉਹਦਾ ਆਰਕੀਟੈਕਚਰ ਦੱਸੋ, ਇਹਦਾ ਆਰਕੀਟੈਕਚਰ ਹੋ ਗਿਆ EC2 ਦਾ। ਠੀਕ ਹੈ, ਠੀਕ ਹੈ, ਠੀਕ ਹੈ ਬ్రో। ਓਕੇ, ਹੁਣ ਆਪਾਂ ਨੂੰ ਇੱਕ ਵਾਰ ਜਿਵੇਂ ਤੁਹਾਨੂੰ ਪੁੱਛਾਂ ਰੀਜਨਸ ਦੀ ਡੈਫੀਨੇਸ਼ਨ ਕੀ ਹੋਏਗੀ, ਆਪਾਂ ਇੱਕ ਵਾਰ ਇਹਨਾਂ ਨੂੰ ਡਿਸਕਸ ਕਰ ਲੈਂਦੇ ਹਾਂ। ਹਾਂ, ਆਈਸੋਲੇਟਡ ਏਰੀਆ ਹੋ ਗਿਆ ਨਾ ਰੀਜਨ ਇੱਕ, ਯੈਸ ਜਿਹਦੇ ਵਿੱਚ ਤੁਸੀਂ ਸਰਵਰ ਜਾਂ ਫਾਰਮਸ ਹੁੰਦੇ ਨੇ ਹਨਾ ਜਿੱਥੇ। ਓਕੇ, ਬਸ ਠੀਕ ਹੈ, ਬਸ ਆਈਸੋਲੇਟਡ ਏਰੀਆ ਹੀ ਇੱਕ ਵਰਡ ਹੈ ਜੋ ਸਾਹਮਣੇ ਵਾਲਾ ਬੰਦਾ ਦੇਖੇਗਾ ਉਹਨੇ ਸਮਝਣਾ ਬਈ ਇਹ ਬੰਦੇ ਨੂੰ ਪਤਾ ਹੈ। ਠੀਕ ਹੈ, VPC virtual private cloud ਹੈ। ਠੀਕ ਹੈ, which exist within a region ਹੈ ਨਾ। ਹਾਂ, ਐਂਡ ਬਸ ਠੀਕ ਹੈ, ਉਹਦੀ ਆਪਣੀ ਇੱਕ ਜਿਹਦੇ ਵਿੱਚ ਆਪਣੇ ਅਵੇਲੇਬਿਲਿਟੀ ਜ਼ੋਨ ਹੁੰਦੇ ਨੇ ਤੇ ਯੂ ਕੈਨ ਕ੍ਰੀਏਟ ਸਬਨੈਟਸ ਹੈ ਨਾ। ਠੀਕ ਹੈ, VPC ਦਾ ਮਤਲਬ ਹੁੰਦਾ ਹੈ ਕਿ ਆਪਾਂ ਨੂੰ ਇੱਕ ਡੈਡੀਕੇਟ ਮਤਲਬ ਹੁਣ ਅੱਡ ਉਹਨਾਂ ਦੇ ਮਤਲਬ ਅੱਡ ਉਹਨਾਂ ਦੇ ਸਿਸਟਮਸ ਹੋਣਗੇ। ਠੀਕ ਹੈ, ਅੱਡ ਉਹਨਾਂ ਦੀ ਚੀਜ਼ਾਂ ਹੋਣਗੀਆਂ, ਤਾਂ VPC ਹੁੰਦਾ ਇੱਕ ਡੈਡੀਕੇਟਿਡ ਪਰਪਸ। ਠੀਕ ਹੈ, ਉਹਦੇ ਲਈ ਡਿਫਰੈਂਟ এনवायरमेंट्स ਸੱਚ ਐਸ ਪ੍ਰੋਡਕਸ਼ਨ ਤੇ ਡਿਵੈਲਪਮੈਂਟ ਤੇ ਟੈਸਟਿੰਗ ਆਪਾਂ ਬਣਾਉਣੇ ਆ, ਰਾਈਟ। ਹੁਣ ਮੰਨ ਲਓ ਇੱਕ ਮੇਰਾ ਡਿਵੈਲਪਮੈਂਟ ਵਾਲਾ ਉਹ ਬੰਦ ਹੈ, ਫਿਰ ਮੇਰਾ ਟੈਸਟਿੰਗ ਵਾਲਾ ਬੰਦ ਹੈ, ਫਿਰ ਮੇਰਾ ਜੋ ਵੀ ਮੇਰਾ ਬੰਦ ਹੈ। ਹਾਂ, ਠੀਕ ਹੈ, ਇਹਨੂੰ ਆਪਾਂ VPC ਕਹਿੰਦੇ ਆਂਗੇ। ਇਹ ਅਲੱਗ-ਅਲੱਗ ਪ੍ਰਾਈਵੇਟ ਕਲਾਊਡਸ ਤੇ ਨੇ। ਠੀਕ ਹੈ, ਠੀਕ ਹੈ, ਸੇਮ ਪ੍ਰਾਈਵੇਟ ਕਲਾਊਡ ਤੇ ਨਹੀਂ ਹੈ, ਅਲੱਗ-ਅਲੱਗ ਪ੍ਰਾਈਵੇਟ ਕਲਾਊਡਸ ਤੇ ਨੇ। ਇਹਨਾਂ ਨੂੰ ਅਲੱਗ-ਅਲੱਗ IP ਦਿੱਤੀ ਹੋਈ ਹੈ, ਅਲੱਗ-ਅਲੱਗ ਚੀਜ਼ਾਂ ਤੇ ਉਹ ਵਰਕ ਕਰ ਰਹੇ ਨੇ, IP ਰੇਂਜਸ ਇਹਨਾਂ ਦੇ ਅੱਡ, ਤਾਂ ਇਹਨਾਂ ਨੂੰ ਆਪਾਂ VPC ਕਹਿੰਦੇ ਹੈਗੇ। VPC ਇਨਸਾਈਡ VPC ਨਹੀਂ ਹੁੰਦਾ ਨਾ। VPC ਇਨਸਾਈਡ VPC ਨਹੀਂ ਹੁੰਦਾ ਮੋਸਟਲੀ, ਮਤਲਬ ਹਾਂ, ਉਹਨੂੰ ਸਬਨੈਟ ਹੀ ਪੈਂਦੀ। ਕਹਿ ਹਾਂ, ਉਹ ਆਪਾਂ ਸਬਨੈਟ ਹੀ ਕਹਿ ਦਿੰਦੇ ਆ ਫਿਰ, ਹਨਾ, ਕਿਉਂਕਿ ਉਹਨੂੰ IP ਦਾ ਇੱਕ ਤੋਂ 100 ਤੱਕ ਤੂੰ ਅਲੱਗ ਰੱਖ ਡੱਬਾ, 100 ਤੋਂ ਤੂੰ ਅਲੱਗ ਰੱਖ ਹਨਾ। ਬਸ ਠੀਕ ਹੈ, ਹੁਣ ਉਹਦਾ ਜੋ ਆਪਣਾ ਸਬਨੈਟ ਹੋ ਗਿਆ, ਬੇਸਿਕਲੀ ਉਹਦੇ ਕੀ ਸਬਨੈਟਸ ਨੇ ਉਹ ਤਾਂ ਆਪਾਂ ਨੂੰ ਪਤਾ ਹੀ ਆ, ਉਹਦਾ IP ਦੀ ਗੱਲ ਹੋ ਰਹੀ ਹੈ। ਠੀਕ ਹੈ, ਪਬਲਿਕ ਤੇ ਪ੍ਰਾਈਵੇਟ IP। ਨੈਕਸਟ ਇਜ਼ ਉਹਦੇ ਸਿਕਿਉਰਿਟੀ ਗਰੁੱਪਸ, ਆਪਾਂ ਉਹਨੂੰ ਮਲਟੀਪਲ ਸਿਕਿਉਰਿਟੀ ਗਰੁੱਪ ਦੇ ਸਕਦੇ। ਸਿਕਿਉਰਿਟੀ ਗਰੁੱਪ ਦੀ ਗੱਲ ਆਪਾਂ ਅੱਗੇ ਕਰਾਂਗੇ। ਠੀਕ ਹੈ, ਓਕੇ, 2 ਮਿੰਟ ਹੁਣ ਅੱਗੇ ਕੀ ਸੀ, ਆਈ ਥਿੰਕ ਆਪਾਂ ਨੂੰ ਇਹਦੀ ਹੋਰ ਕੀ ਗੱਲ ਕਰਨੀ ਚਾਹੀਦੀ ਆ। ਪਰ 2 ਮਿੰਟ ਰੁਕੋ। ਹਾਂ, ਓਕੇ, ਇਹ ਮੈਨੂੰ ਇੱਕ ਹੋਰ ਚੀਜ਼ ਦੱਸਣ ਦਿਓ ਸਟਾਰਟ, ਜੇ ਆਪਾਂ ਕਰਨ ਤੋਂ ਪਹਿਲਾਂ ਹੀ ਆਪਾਂ ਇਹਦੀ ਪ੍ਰਾਈਸਿੰਗ ਦੀ ਗੱਲ ਵੀ ਕਰ ਹੀ ਲੈਂਦੇ ਹਾਂ। ਓਕੇ, ਠੀਕ ਹੈ, ਆਪਾਂ ਨੂੰ EC2 ਕਿਹੜੇ ਪ੍ਰਾਈਸ ਦੇ ਮਾਡਲ ਦੇ ਵਿੱਚ ਮਿਲਦਾ। ਠੀਕ ਹੈ, ਆਈਲ ਰਾਈਟ, ਮੈਂ 4 ਡੱਬੇ ਬਣਾ ਦੇਣਾ ਪਹਿਲਾਂ, ਆਪਾਂ ਫਿਰ ਉਹਦੀ ਗੱਲ ਕਰਦੇ ਚੱਲਾਂਗੇ ਹੌਲੀ ਹੌਲੀ।
ਇਹਨਾਂ ਖਰਾਬੀਆਂ ਬਣ ਲੱਗੀਆਂ ਮੇਰੀਆਂ। 4 ਟਾਈਪ ਦਾ ਪ੍ਰਾਈਸਿੰਗ ਮਾਡਲ ਮਿਲਦਾ ਆਪਾਂ ਨੂੰ EC2 ਦੇ ਵਿੱਚ, ਠੀਕ ਹੈ। ਐਂਡ ਆਈਲ ਰਾਈਟ ਹੇਅਰ ਫਸਟ ਇਜ਼ ਔਨ ਡਿਮਾਂਡ ਇੰਸਟੈਂਸ, ਠੀਕ ਹੈ। ਕੰਟਰੋਲ A ਇਹਨੂੰ ਕਰ ਦੇ ਇੰਨਾ, ਠੀਕ ਹੈ। ਹੁਣ ਮੈਨੂੰ ਦੱਸ ਸਕਦੇ ਹੋ ਨਾਮ ਤੋਂ ਤੁਹਾਨੂੰ ਕੀ ਲੱਗ ਰਿਹਾ ਔਨ ਡਿਮਾਂਡ ਇੰਸਟੈਂਸ ਕੀ ਹੋਊਗਾ? ਔਨ ਡਿਮਾਂਡ ਇੰਸਟੈਂਸ ਜਦ ਆਪਾਂ ਨੂੰ ਲੋਡ ਹੈਗੀ ਆਪਾਂ ਔਨ ਕਰ ਸਕਦੇ ਇਹਨੂੰ। ਆਪਾਂ ਨੂੰ ਲੋੜ ਨਹੀਂ ਹੈ, ਜਦੋਂ ਵੀ ਉਹਦੇ ਵਿੱਚ ਜਿੰਨਾ ਮਤਲਬ ਕਾਈਂਡ ਆਫ ਤੁਸੀਂ ਇੱਦਾਂ ਕਹਿ ਦਿਓ ਕਿ ਆਪਾਂ ਜਿੰਨਾ ਯੂਜ਼ ਕੀਤਾ ਉਸ ਹਿਸਾਬ ਨਾਲ ਆਪਾਂ ਨੂੰ ਪੇਮੈਂਟ ਆਏਗੀ। ਅੱਛਾ ਓਕੇ ਠੀਕ ਹੈ, ਤਾਂ ਮਤਲਬ ਜਿੰਨਾ ਯੂਜ਼ ਕੀਤਾ ਉਸ ਹਿਸਾਬ ਨਾਲ ਪੇਮੈਂਟ, ਪੇ ਐਜ਼ ਯੂ ਯੂਜ਼, ਠੀਕ ਹੈ। ਇਹਦੇ ਵਿੱਚ ਕੀ ਹੁੰਦਾ, ਤੁਸੀਂ ਅਪ ਫਰੰਟ ਕੁਛ ਨਹੀਂ, ਉਹਨੂੰ ਕੋਈ ਪੇਮੈਂਟ ਨਹੀਂ ਕਰਦੇ ਹੋ, ਨੋ ਅਪ ਫਰੰਟ ਪੇਮੈਂਟ, ਠੀਕ ਹੈ। ਤੇ ਨਾ ਉਹਦੇ ਕੋਲ ਨਾ ਆਪਾਂ ਕੋਈ ਕਮਿਟਮੈਂਟ ਕਰਦੇ ਆ, ਨੋ ਲੌਂਗਰ ਨੋ ਕਮਿਟਮੈਂਟਸ, ਠੀਕ ਹੈ। ਇਹ ਹੋ ਗਿਆ ਆਪਣਾ ਔਨ ਡਿਮਾਂਡ ਇੰਸਟੈਂਸ। ਅਗਲਾ ਆ ਗਿਆ ਆਪਣੇ ਕੋਲ ਰਿਜ਼ਰਵਡ ਇੰਸਟੈਂਸ। ਰਿਜ਼ਰਵਡ ਇੰਸਟੈਂਸ, ਹੁਣ ਇਹਦਾ ਕੁਝ ਦੱਸੋ ਜੇ ਨਾਮ ਤੋਂ ਕੁਝ ਪਤਾ ਚੱਲ ਰਿਹਾ ਤਾਂ। ਇਹਨਾਂ ਦੇ ਬੇਸਿਕ ਦਾ ਨਾਮ ਦੇ ਵਿੱਚ ਹੀ ਸਭ ਕੁਝ ਕਮਿਟਮੈਂਟ ਹੋ ਜਿੱਤੇ ਰਿਜ਼ਰਵ ਹੋ ਗਿਆ। ਹਾਂ ਬਸ ਠੀਕ ਹੈ। ਇਹਦੇ ਵਿੱਚ ਆਪਾਂ ਇੱਕ ਟਾਈਮ ਪੀਰੀਅਡ ਦੇ ਲਈ ਇਹਨੂੰ ਲੈ ਲੈਂਦੇ ਹਾਂ, ਫॉर ਅ ਸਰਟਨ ਟਾਈਮ ਪੀਰੀਅਡ, ਇੱਕ ਫਿਕਸਡ ਇੰਸਟੈਂਸ ਬਾਏ ਕੀਤਾ ਜਾਂਦਾ ਹੈ, ਠੀਕ ਹੈ। ਹੁਣ ਇਹਦਾ ਪ੍ਰਾਈਸਿੰਗ ਹੁੰਦੀ ਹੈ ਅਰਾਊਂਡ 72%। ਕਿੱਥੇ ਗਿਆ ਪਰਸੈਂਟ ਵਾਲਾ ਸਾਈਨ? 5 ਦੇ ਉੱਤੇ ਹੋਣਾ ਬ్రో। ਮਿਲ ਗਿਆ 72% ਲੈਸ ਦੈਨ ਆਪਣਾ ਔਨ ਡਿਮਾਂਡ, ਠੀਕ ਹੈ। ਇਹਦਾ 1 to 3 ਇਅਰਸ ਤੱਕ ਆਪਾਂ ਲੈ ਸਕਦੇ ਹਾਂ ਬਾਇੰਗ ਆਪਸ਼ਨਸ, ਠੀਕ ਹੈ। ਨੈਕਸਟ ਆਪਣੇ ਕੋਲ ਬਸ ਇਹਦੇ ਬਾਰੇ ਨਹੀਂ ਹੈ ਕਿ ਆਪਾਂ ਨੂੰ ਬਸ ਉਹਨੂੰ ਦੇਤਾ। ਇੱਕ ਹੁੰਦਾ ਆਪਣੇ ਕੋਲ ਸੇਵਿੰਗ ਪਲਾਨਸ ਇੰਸਟੈਂਸ, ਲੈਟਸ ਟਾਕ ਅਬਾਊਟ ਦਿਸ ਨਾਓ। ਸੇਵਿੰਗ ਪਲਾਨਸ ਇੰਸਟੈਂਸ ਹੁਣ ਇਹਦੇ ਵਿੱਚ 2 ਟਾਈਪ ਦੀ ਹੁੰਦੀ ਹੈ, ਠੀਕ ਹੈ। ਇਹ ਕਿਉਂ ਘਟ ਗਿਆ, 16 ਨਹੀਂ 14 ਰੱਖ ਲੈਂਦੇ ਹਾਂ, ਠੀਕ ਹੈ। ਇਹਦੇ ਵਿੱਚ 2 ਟਾਈਪ ਦੀ ਹੁੰਦੀ ਆ। ਪਹਿਲਾ ਟਾਈਪ ਹੁੰਦਾ ਕੰਪਿਊਟ ਸੇਵਿੰਗਸ ਪਲਾਨ, ਠੀਕ ਹੈ। ਹੁਣ ਪਹਿਲਾਂ ਤਾਂ ਮੈਨੂੰ ਦੱਸੋ ਰਿਜ਼ਰਵਡ ਵਾਲੇ ਦੇ ਵਿੱਚ ਕੀ ਦਿੱਕਤ ਸੀ? ਮਤਲਬ ਆਪਾਂ ਨੂੰ ਪਤਾ ਹੈ ਕਿ ਆਪਾਂ ਲਿਮਿਟੇਸ਼ਨਸ ਆਉਂਦੀਆਂ, ਆਪਾਂ ਨੂੰ ਪਤਾ ਆਪਾਂ ਉਹਨੂੰ ਰੱਖਣਾ ਹੈ, ਇੱਕ ਕੰਪਿਊਟਰ ਆਪਾਂ ਨੂੰ ਸਾਲ ਵਾਸਤੇ ਰੱਖਣਾ ਹੈ, ਠੀਕ ਹੈ। ਪਰ ਰਿਜ਼ਰਵਡ ਦੇ ਵਿੱਚ ਕੀ ਦਿੱਕਤ ਆਏਗੀ? ਹੁਣ ਮੈਨੂੰ ਪਤਾ ਮੈਂ ਸਾਲ ਤੱਕ ਰੱਖਣਾ, ਪਰ ਦਿੱਕਤ ਕੀ ਆ ਸਕਦੀ ਹੈ ਉਹਦੇ ਵਿੱਚ? ਦਿੱਕਤ ਆ ਸਕਦੀ ਹੈ ਵੀ ਜਿਹੜਾ ਕੰਪਿਊਟਰ ਆਪਾਂ ਲੈ ਲਿਆ ਉਹਨੂੰ ਇਨਕਰੀਜ਼ ਘਟਾ ਵਧਾ ਨਹੀਂ ਸਕਦੇ। ਹਾਂਜੀ, ਇੱਕ ਇਹ ਹੋ ਗਿਆ। ਬੇਸਿਕਲੀ ਆਪਾਂ ਉਹਦੇ ਪਲਾਨਸ ਨਹੀਂ ਚੇਂਜ ਕਰ ਸਕਦੇ, ਆਪਾਂ ਉਹਦੇ ਰੀਜਨਸ ਨਹੀਂ ਚੇਂਜ ਕਰ ਸਕਦੇ, ਆਪਾਂ ਉਹਦੇ ਅਵੇਲੇਬਿਲਿਟੀ ਜ਼ੋਨਸ ਨਹੀਂ ਚੇਂਜ ਕਰ ਸਕਦੇ, ਠੀਕ ਹੈ। ਇਹ ਸਭ ਚੀਜ਼ਾਂ ਨਹੀਂ ਚੇਂਜ ਕੀਤੀਆਂ ਜਾ ਸਕਦੀਆਂ, ਠੀਕ ਹੈ। ਓਕੇ, ਨੈਕਸਟ ਇਜ਼ ਮਤਲਬ ਇਹ ਆਪਾਂ ਨੂੰ ਸਮਝ ਆ ਗਿਆ ਕਿ ਆਪਾਂ ਇਹਦੇ ਹੁਣ ਕੰਪਿਊਟਰ ਸੇਵਿੰਗ ਪਲਾਨਸ ਦਾ ਮਤਲਬ ਕੀ ਹੋਏਗਾ। ਆਪਾਂ ਫਿਰ ਉਹ ਇਹਦੇ ਵਿੱਚ ਚੇਂਜ ਕਰ ਸਕਦੇ ਹਾਂ, ਠੀਕ ਹੈ। ਤਾਈਓ ਮੈਂ ਇਹਨੂੰ ਇੰਟਰੋਡਿਊਸ ਕੀਤਾ। can change regions storage OS जो भी मैं चेंज करना है। तो ये होंदा 66%। ये हुण मैं बैठ के देख रहा सी सारी चीज़ां थोड़े आउण तो पहला, तो मैनूं याद आ 66% less than on demand, ठीक है। ਹੁਣ ਦੂਜਾ ਟਾਈਪ ਮੇਰੇ ਕੋਲ ਆਉਂਦਾ ਹੈ, ਇਹ ਸੀ ਆਪਣੇ ਕੋਲ, ਇਹ ਵੀ ਇੱਕ ਕੰਪਿਊਟਰ EC2 ਨਹੀਂ ਇੰਸਟੈਂਸ ਸੇਵਿੰਗ ਪਲਾਨ, ਠੀਕ ਹੈ।
ਹੁਣ ਇਹਦੇ ਵਿੱਚ ਕੀ ਹੁੰਦਾ, ਆਪਾਂ ਇਹਨੂੰ ਇੱਕ ਫੈਮਿਲੀ ਅਸਾਈਨ ਕਰ ਦਿੰਦੇ, ਮਤਲਬ ਇਹਨੂੰ ਆਪਾਂ ਇੱਕ ਰੀਜਨ ਦੇ ਦਿੰਦੇ ਆ, ਬਾਕੀ ਚੀਜ਼ਾਂ ਚੇਂਜ ਹੋ ਸਕਦੀਆਂ, ਠੀਕ ਹੈ, ਬਟ ਇਹਨੂੰ ਆਪਾਂ ਇੱਕ ਰੀਜਨ ਸਪੈਸੀਫਾਈ ਕਰ ਦਿੰਦੇ ਆ, ਇਹ ਵੀ 72% ਆਪਾਂ ਨੂੰ ਲੈਸ ਦੇ ਦਿੰਦਾ ਫਿਰ, ਠੀਕ ਹੈ। ਆਖਰੀ ਤੇ ਥੋੜਾ ਜਿਹਾ ਇੰਪੋਰਟੈਂਟ, ਮਤਲਬ ਇੰਪੋਰਟੈਂਟ ਤਾਂ ਇਹ ਆਹ ਵੀ ਸੀ, ਆਹ ਵੀ ਸੀ, ਆਹ ਵੀ ਸੀ, ਇਹ ਵੀ ਇੰਪੋਰਟੈਂਟ ਹੀ ਆ, ਸਪੌਟ ਇੰਸਟੈਂਸ। ਹੁਣ ਸਪੌਟ ਇੰਸਟੈਂਸ ਕੀ ਹੈ, ਮੰਨ ਲਓ ਆਪਣੇ ਕੋਲ ਹੈ ਕਿ ਯਾਰ ਆਪਾਂ ਹੁਣ ਦੇਖੋ ਕੁਝ ਸਰਵਿਸਿਜ਼ ਹੁੰਦੀਆਂ ਨੇ, ਟੇਬਲ ਹਿੱਲ ਗਿਆ ਮੇਰਾ, ਕੋਈ ਨਹੀਂ, आराम से ब्रो, कोई ना, ਤੁਸੀਂ ਫਿਕਸ ਕਰ ਲਓ ਪਹਿਲਾਂ ਚੀਜ਼ਾਂ, ਕੋਈ ਚੱਕਰ ਨਹੀਂ ਯਾਰ। ਨਹੀਂ ਨਹੀਂ ਨਹੀਂ, ਆਹ ਥੱਲੇ 2-3 ਪਰਫਿਊਮ ਡਿੱਗੇ ਸੀ ਮੇਰੇ, ਕੋਈ ਨਹੀਂ। ਹਾਂ, ਤੇ ਆਪਾਂ ਗੱਲ ਕਰ ਰਹੇ ਸੀਗੇ ਕਿ ਸਪੌਟ ਇੰਸਟੈਂਸ ਦੀ, ਕੀ ਸੀ, ਹਾਂ ਸਪੌਟ ਇੰਸਟੈਂਸ ਸੀ ਆਪਣਾ, ਕਿ ਆਪਣੇ ਕੋਲ ਕੁਝ ਜੌਬਸ ਹੁੰਦੀਆਂ ਨੇ, ਠੀਕ ਹੈ, ਜੋ ਆਪਾਂ ਨੂੰ 100% ਆਫ ਦਾ ਟਾਈਮ ਰਨਿੰਗ ਚਾਹੀਦੀਆਂ ਨੇ, ਰਾਈਟ, ਪਰ ਕੁਝ ਜੌਬਸ ਹੁੰਦੀਆਂ ਨੇ ਕਿ ਯਾਰ ਆਪਾਂ ਕੁਝ ਕਰਨਾ ਪਰ ਉਹਦੇ ਲਈ ਕੋਈ ਟਾਈਮ ਲਿਮਿਟ ਨਹੀਂ ਹੈ ਕਿ ਕਦੋਂ ਵੀ ਹੋ ਸਕਦੀ ਆ, ਰਾਈਟ। ਹੁਣ ਮੰਨ ਲਓ ਆਪਣੀ ਇੱਕ ਵੈਬਸਾਈਟ ਹੈ, ਉਹ ਤਾਂ 100% ਆਫ ਦਾ ਟਾਈਮ ਰਨਿੰਗ ਰਹਿਣੀ ਚਾਹੀਦੀ ਹੈ, ਬੈਕਐਂਡ ਵੀ 100% ਆਫ ਦਾ ਟਾਈਮ ਰਨਿੰਗ ਰਹਿਣਾ ਚਾਹੀਦਾ, ਟਾਈਮ ਕੰਸਟ੍ਰੇਂਟ ਹੈ ਉਹਦੇ ਕੋਲ, ਰਾਈਟ। ਪਰ ਆਪਣੇ ਕੋਲ ਕੋਈ ਜੌਬ ਹੈ ਜੋ ਟਾਈਮ ਕੰਸਟ੍ਰੇਂਟ ਨਹੀਂ ਹੈ, ਜਿਵੇਂ ਮੰਨ ਲਓ ਕੋਈ ਡੇਟਾ ਦੇ ਵਿੱਚ ਕੁਝ ਆਪਰੇਸ਼ਨ ਲਾਉਣੇ ਆਪਾਂ, ਠੀਕ ਹੈ, ਜਾਂ ਡੇਟਾ ਦੇ ਵਿੱਚ ਕੁਝ ਕਰਨਾ ਹੈ, ਉਹਦੇ 'ਚ ਕੋਈ ਟਾਈਮ ਆਪਰੇਸ਼ਨਸ ਨਹੀਂ ਹੈ, ਪਰ ਉਹ ਕਦੇ ਵੀ ਹੋ ਸਕਦੇ ਆ, ਠੀਕ ਹੈ। ਹੁਣ ਸਪੌਟ ਇੰਸਟੈਂਸ ਕੀ ਕਰਦਾ, ਕੋਈ ਖਾਲੀ EC2 ਕੈਪੈਸਿਟੀ ਦੇਖਦਾ, ਅਨਯੂਜ਼ਡ Amazon ਦੀ EC2 ਕੈਪੈਸਿਟੀ, ਠੀਕ ਹੈ, ਤੇ ਉਹ ਲੈ ਕੇ ਉਹਦੇ ਵਿੱਚ ਆਪਣਾ ਕੰਮ ਕਰ ਦਿੰਦਾ, ਠੀਕ ਹੈ। ਹੁਣ ਇਹਦਾ ਜੋ ਪ੍ਰਾਈਸ ਹੈ ਉਹ ਸਪਲਾਈ ਤੇ ਜੋ ਡਿਮਾਂਡ ਹੈ ਉਹਦੇ ਬੇਸਿਸ ਤੇ ਵੱਧਦਾ ਘਟਦਾ ਰਹਿੰਦਾ, ਠੀਕ ਹੈ। ਮੰਨ ਲਓ ਤੁਹਾਡੀ ਡਿਮਾਂਡ ਵਧੇ ਤਾਂ ਸਪਲਾਈ ਉਹਨੂੰ ਕਰਨੀ ਪੈਣੀ ਹੈ, ਤਾਂ ਪ੍ਰਾਈਸ ਵੱਧ ਜਾਏਗਾ, ਠੀਕ ਹੈ, ਤੇ ਨਹੀਂ ਤਾਂ ਘਟ ਜਾਏਗਾ, ਠੀਕ ਹੈ। ਹੁਣ ਇਹਦਾ ਕੀ ਹੈ, ਇਹਦੇ ਵਿੱਚ ਤੁਹਾਡਾ ਕਈ ਵਾਰ ਤੁਹਾਡਾ ਜੋ ਕੰਮ ਚੱਲ ਰਿਹਾ ਕਈ ਵਾਰ ਟਰਮੀਨੇਟ ਵੀ ਹੋ ਸਕਦਾ ਜਾਂ ਵਿੱਚ ਰੁਕ ਵੀ ਸਕਦਾ, ਕਿਉਂ, ਕਿਉਂਕਿ ਉੱਥੇ ਉਹਨਾਂ ਦੀ ਡਿਮਾਂਡ ਆ ਸਕਦੀ, ਉਹ ਤੁਹਾਨੂੰ ਘੱਟ ਪੈਸੇ ਲੈ ਰਹੇ ਨੇ, ਠੀਕ ਹੈ। ਇਹਦੇ 'ਚ ਕੀ ਹੁੰਦਾ, ਅਪ ਟੂ 90% ਡਿਸਕਾਊਂਟ ਹੁੰਦਾ, ਅਪ ਟੂ, ਤੇ ਧਿਆਨ ਰੱਖੋ ਥੋੜਾ ਜਿਹਾ, ਅਪ ਟੂ 90, ਠੀਕ ਹੈ, ਔਰ ਬਾਕੀ ਉਹਨਾਂ ਦੇ ਹਿਸਾਬ ਨਾਲ ਕੰਟਰੋਲ ਹੁੰਦਾ ਰਹਿੰਦਾ, ਠੀਕ ਹੈ, ਓਕੇ। ਹਾਂ, ਤੇ ਮਤਲਬ ਉਹ ਤੁਹਾਨੂੰ 2 ਮਿੰਟ ਪ੍ਰਾਇਰ ਇੱਕ ਨੋਟਿਸ ਦੇਣਗੇ ਤੇ ਤੁਹਾਡਾ ਇੰਸਟੈਂਸ ਟਰਮੀਨੇਟ ਵੀ ਕਰ ਸਕਦੇ ਨੇ, ਹੁਣ ਉਹਨਾਂ ਦੇ ਹੱਥ ਦੇ ਵਿੱਚ ਹੈ, ਠੀਕ ਹੈ। ਪਰ ਇਹਨਾਂ ਦਾ ਖਰਚਾ ਬਹੁਤ ਘੱਟ ਹੁੰਦਾ ਬਾਕੀ ਦੇ ਕੰਪੇਅਰਡ ਨਾਲ, ਤੁਸੀਂ ਦੇਖੋਗੇ ਤਾਂ ਇਹ ਬੱਚੇ ਕੁਝ ਵੇਚ ਦਿੰਦੇ ਨੇ ਮਾਲ, ਜਿਹਨੂੰ ਕਹਿੰਦੇ ਆਪਾਂ, ਬਿਲਕੁਲ ਬਿਲਕੁਲ, ਠੀਕ ਹੈ, ਠੀਕ ਹੈ, ਠੀਕ ਹੈ। ਓਕੇ, ਮੈਂ ਹੁਣ 2 ਮਿੰਟ ਰੁਕੋ, ਮੈਂ ਤੁਹਾਨੂੰ ਇੱਕ ਸਿਨਾਰੀਓ ਦਿੰਦੇ ਆ, ਆਪਾਂ ਉਸ ਹਿਸਾਬ ਨਾਲ ਦੇਖਦੇ ਹਾਂ। ਮੈਂ ਕੁਝ ਚੀਜ਼ਾਂ ਪ੍ਰੀਪੇਅਰ ਕਰਕੇ ਰੱਖੀਆਂ ਸੀ, ਠੀਕ ਹੈ, ਆ ਚੱਕੋ, ਇੱਥੇ ਪੇਸਟ ਕਰ ਸਕਦਾ ਮੈਂ, ਮੈਨੂੰ ਕਿਹਦੇ ਨਾਲ ਪੇਸਟ ਕਰਾਂ ਮੈਂ, ਆ ਲਓ, ਇਹ ਇੱਕ ਆਪਣੇ ਕੋਲ ਸਿਨਾਰੀਓ ਹੈ, ਠੀਕ ਹੈ, ਖੜ ਜਾਓ, ਇਹ ਨਹੀਂ, ਮੈਂ ਗਲਤ ਇਮੇਜ ਭੇਜਤੀ, ਆ ਇਮੇਜ ਹੈ। ਹੁਣ ਤੁਸੀਂ ਇਹਦੇ ਹਿਸਾਬ ਨਾਲ ਰਿਕਮੈਂਡ ਕਰਨਾ ਕਿ ਇਹਨੇ ਕਿਹੜਾ ਆਪਾਂ ਨੂੰ ਪ੍ਰਾਈਸਿੰਗ ਪਲਾਨ ਲੈਣਾ ਚਾਹੀਦਾ, ਠੀਕ ਹੈ। ਇੱਕ ਵਾਰ ਪੜ੍ਹੋ ਫਿਰ ਆਨਸਰ ਦੱਸੋ। At least 1 year, but it could be longer. Putting in Ireland, but reserved bro. एक बार ये पूरा पढ़ लो। Yeah. ਓਕੇ, ਇੱਕ ਵਾਰ ਹੁਣ ਤੁਸੀਂ ਮਤਲਬ ਲੈਟਸ ਅਪਰੋਚ ਦਿਸ ਕਿ ਆਪਾਂ ਨੂੰ ਇੰਨਾ ਪਤਾ ਚੱਲ ਗਿਆ ਕਿ ਐਟਲੀਸਟ 1 ਈਅਰ ਹੈ, ਠੀਕ ਹੈ। ਤਾਂ ਆਪਣੇ ਕੋਲ 2 ਆਪਸ਼ਨਸ ਆ ਗਈਆਂ, ਇੱਕ ਸੇਵਿੰਗ ਪਲਾਨਸ ਤੇ ਆਪਣੇ ਕੋਲ ਇੱਕ ਰਿਜ਼ਰਵਡ ਇੰਸਟੈਂਸ, ਠੀਕ ਹੈ। ਹੁਣ ਉਹਨਾਂ ਨੇ ਕਿਹਾ ਕਿ ਦ ਰਿਸੋਰਸਿਸ ਸ਼ੁੱਡ ਬੀ ਲੋਕੇਟਡ ਇਨ ਆਇਰਲੈਂਡ, ਰਾਈਟ। ਸਭ ਤੋਂ ਪਹਿਲਾਂ ਇਹ ਚੀਜ਼ ਦੱਸੀ ਉਹਨੇ ਆਪਾਂ ਨੂੰ।
ਉਹਨੇ ਕਿਹਾ ਬਟ ਦੇ ਮਾਈਟ ਨੀਡ ਟੂ ਮੂਵ ਟੂ ਯੂਨਾਈਟਿਡ ਸਟੇਟਸ, within 6 months ਠੀਕ ਹੈ, ਵਿਦਿਨ 6 ਮੰਥਸ, ਮਤਲਬ Saving ਚੇਂਜ ਹੋ plan ਹੀ ਆ ਸਕਦਾ, ਗਿਆ। ਤੁਹਾਡਾ ਰੀਜਨ ਚੇਂਜ ਹੋ ਸਕਦਾ। ਹੁਣ ਜਿੱਥੇ ਰੀਜਨ ਚੇਂਜ ਹੋ ਸਕਦਾ ਉਹਦਾ ਫਿਰ ਇੱਕ ਹੀ ਆਪਸ਼ਨ ਬਚੀ ਆਪਣੇ ਕੋਲ, ਕੰਪਿਊਟ ਸੇਵਿੰਗ ਪਲਾਨ। Compute saving plan, true। ਟਰੂ ਰਾਈਟ। ਹੁਣ ਨੈਕਸਟ yeah. ਇਜ਼ ਨੈਕਸਟ ਆਪਣੇ ਕੋਲ ਇੱਕ ਹੋਰ ਸਿਨਾਰੀਓ ਹੈ। ਓਕੇ ਆ ਲਓ, try this one. हेलो ਵੀਰੇ। ਹਾਂਜੀ ਹਾਂਜੀ। ਇਹ Yeah, ਪੜੋ bro. ਇੱਕ ਵਾਰ ਕੁਐਸਚਨ, ਇਹ ਕੁਐਸਚਨ ਪੜੋ ਇੱਕ ਵਾਰ। Including so to handle batch processing tasks, no immediate time can take this for one walkthrough। ਇਹ ਬਾਈ ਦਾ ਸਿੱਧਾ ਹੀ ਹੈ ਸਪੌਟ ਇੰਸਟੈਂਸ ਚ ਆ। ਇਹ ਸਪੌਟ ਇੰਸਟੈਂਸ ਹੋ ਗਿਆ ਆਪਣਾ, ਠੀਕ ਹੈ। ਹਾਂ ਹੁਣ ਆਪਣੇ ਕੋਲ ਬਸ ਇੱਕ ਹੋਰ ਸਿਨਾਰੀਓ ਬਚਿਆ, ਠੀਕ ਹੈ। ਇਹਦਾ ਕੋਈ ਯਾਰ ਪ੍ਰਾਈਸਿੰਗ ਕੈਲਕੂਲੇਟਰ ਨਹੀਂ ਹੈਗਾ, ਕੋਈ ਚੀਜ਼ ਐਵੇਂ ਦੇ ਹੋਵੇ ਜਿਵੇਂ ਆਪਾਂ ਆਪਾਂ ਨੂੰ ਮਿਲ ਦੇਖ ਕੇ ਜਾਣਗੇ ਦੱਸਦੀ। ਆਨਲਾਈਨ, ਮਿਲ ਜਾਣਗੇ ਪ੍ਰਾਈਸਿੰਗ ਕੈਲਕੂਲੇਟਰਸ ਇਹਦੇ, ਠੀਕ ਹੈ। ਬਟ ਮੇਨਲੀ ਤਾਂ ਤੁਹਾਨੂੰ ਖੁਦ ਹਰ ਚੀਜ਼ ਟਰਾਈ ਕਰਕੇ ਥੋੜੀ ਦੇਖੋਗੇ, ਤੁਹਾਨੂੰ ਪਹਿਲਾਂ ਨੌਲੇਜ ਹੋਣੀ ਚਾਹੀਦੀ ਹੈ ਚੀਜ਼ਾਂ ਦੀ, ਰਾਈਟ। ਬਿਲਕੁਲ ਬਿਲਕੁਲ। ਕਿ ਕਈ ਵਾਰ ਜੇ ਕੁਐਸਚਨ ਸਿੱਧਾ ਹੀ ਆ ਜਾਂਦਾ, ਆਪਾਂ ਨੂੰ ਟਾਈਪ ਆਫ ਪ੍ਰਾਈਸਿੰਗ ਪਤਾ ਹੋਣੀ ਚਾਹੀਦੀ ਹੈ ਤੇ ਕੀ ਕੀ ਖਰਚਾ ਆਉਂਦਾ, ਐਗਜ਼ੈਕਟ ਖਰਚਾ ਨਹੀਂ ਬਟ ਟਾਈਪ ਆਫ ਪ੍ਰਾਈਸਿੰਗ ਪਤਾ ਹੋਣੀ ਚਾਹੀਦੀ ਹੈ, ਆਪਾਂ ਕਿਹੜੀ ਲੈਣੀ ਆ। ਇਹ ਪੜੋ, ਇੱਕ ਇਹ ਵਾਲਾ ਕੁਐਸਚਨ ਪੜੋ ਇੱਕ ਵਾਰ। Or yeah, everybody study throughout the year. How the workload might spike for a month or two. You never need additional computing resources. वैसे पहले ही आ गया पीएससी को फिर बनावा ਹੈ ਮੈਨੂੰ ਰਿਜ਼ਰਵ ਲੱਗਦਾ ਆਈ ਥਿੰਕ। ਮੈਨੂੰ Okay. ਪੀਐਸਜੀ ਕੋ ਲੱਗਦਾ ਮੈਂ ਕਿਉਂਕਿ ਨੀਡ ਐਡੀਸ਼ਨਲ ਕੰਪਿਊਟਿੰਗ ਰਿਸੋਰਸਸ। ਹੁਣ ਮੈਨੂੰ ਇਹ ਨਹੀਂ ਪਤਾ ਰਿਜ਼ਰਵ ਚ ਤਾਂ ਅਲਾਉਡ ਨਹੀਂ ਕਰਦਾ ਅਗਲਾ ਵੀ ਐਡ ਕਰ। ਹੁਣ ਮੈਂ ਤੁਹਾਨੂੰ ਇਹਦਾ ਦੱਸਦਾ ਇਹਦਾ ਕੀ ਆ। ਇਹਦਾ ਮਿਕਸ ਵੀ ਕਰ ਸਕਦੇ ਹਾਂ ਵੈਸੇ ਆਪਾਂ ਹਨ। ਮਿਕਸ ਬੇਸਿਕਲੀ ਯਸ, ਇਹਦਾ ਆਨਸਰ ਹੈਗਾ ਮਿਕਸ। 7 ਕਰੋੜ। आप जीते हैं 7 करोड़। ਸਹੀ ਗੱਲ ਹੈ। ਬਿਲਕੁਲ ਸਹੀ ਆਨਸਰ, ਇਹਦਾ ਆਏਗਾ ਮਿਕਸ। ਆਪਾਂ ਜਿਹੜਾ ਜਿੰਨਾ ਮੈਨੂੰ ਪਤਾ ਕਿ ਜਿੰਨੀ ਯੂਜ਼ ਹੋਈ ਉਹਨੇ ਦਾ ਮੈਂ ਇੱਕ ਰਿਜ਼ਰਵਡ ਇੰਸਟੈਂਸ ਬਣਾ ਲਿਆ, ਠੀਕ ਹੈ। ਓਕੇ ਬਾਕੀ ਸਹੀ ਗੱਲ। ਜਿੰਨਾ ਬਚਾ ਮੈਂ ਉਹਦਾ ਔਨ ਡਿਮਾਂਡ ਬਣਾ ਲਿਆ, ਔਨ ਡਿਮਾਂਡ ਨਾਲ ਆ। ਠੀਕ ਹੈ ਠੀਕ ਹੈ। ਹੁਣ ਰਿਜ਼ਰਵਡ ਵਾਲਾ ਕੰਮ ਕਰਦਾ ਰਹੇਗਾ ਜਦੋਂ ਉਹ ਸਪਾਈਕ ਵਗੈਰਾ ਜਦੋਂ ਮੈਨੂੰ ਜ਼ਿਆਦਾ ਜ਼ਰੂਰਤ ਪਈ, ਠੀਕ ਹੈ, ਫॉर on demand ਮੰਥ ਔਰ 2 ਉਦੋਂ ਆਪਾਂ ਔਨ ਡਿਮਾਂਡ ਲੈ ਲਿਆ ਬਸ, ਬਿਲਕੁਲ ਬਾਈ ਸਹੀ ਗੱਲ ਹੈ। ਠੀਕ ਹੈ, ਬਸ ਖਤਮ। ਇੰਨਾ ਹੀ ਕੰਮ ਠੀਕ ਹੈ ਭਰਾ। ਠੀਕ ਹੈ। ਬਾਕੀ ਕੱਲ ਨੂੰ ਕਰੀਏ ਬਾਈ, 5 ਮਿੰਟ ਜੇ ਰਹਿ ਗਏ। ਜੇ ਗੱਲ ਕਰਨੀ ਤਾਂ ਕਰ ਲਾ ਸੀ ਹਨਾ। ਨਹੀਂ What do you ਆਪਣਾ ਇਹ ਚੀਜ਼ ਖਤਮ ਹੋ ਗਈ। ਹੁਣ ਆਪਾਂ ਕੱਲ ਨੂੰ ਮੂਵ ਕਰਾਂਗੇ। ਜੋ ਮੈਂ ਇਹ ਮੇਨ ਬੇਸਿਕਲੀ ਤੁਹਾਨੂੰ ਕੰਪਿਊਟ ਤੇ ਉਹਨਾਂ ਦੇ ਪ੍ਰਾਈਸਿੰਗ ਵਗੈਰਾ ਅੱਜ ਦੱਸਤੀ, ਠੀਕ ਹੈ। ਕੱਲ ਨੂੰ ਜੋ ਆਪਾਂ ਠੀਕ ਹੈ ਕਰਾਂਗੇ, ਆਪਾਂ ਲਾਂਚ ਇੰਸਟੈਂਸ ਦੇ ਵਿੱਚ ਇਹ ਸਾਰੀ ਚੀਜ਼ਾਂ ਦੇ ਵਿੱਚ ਕੀ ਹੁੰਦਾ ਹੈ, ਠੀਕ ਹੈ। ਐਂਟਰ ਕਰਾਂਗੇ ਵੈਲਿਊ ਸਾਰੀਆਂ ਹਾਂ ਬਾਈ। ਹਾਂਜੀ, ਵੈਲਿਊਜ਼ ਵਗੈਰਾ ਐਂਟਰ ਕਰਾਂਗੇ। ਆਪਾਂ ਹਰ ਇੱਕ ਚੀਜ਼ ਨੂੰ ਥੋੜਾ ਜਿਹਾ ਡੀਪ ਸਮਝਾਂਗੇ, ਠੀਕ ਹੈ। ਮੈਂ Yeah, good, ਮਤਲਬ bro. ਕੱਲ ਤਾਂ ਥੋੜਾ ਜਿਹਾ ਹੌਲੀ ਦੱਸਦਾ ਸੀਗਾ, ਅੱਜ ਆਪਾਂ ਕੱਲ ਨੂੰ ਐਡੀਸ਼ਨਲ ਨੂੰ ਛੱਡ ਕੇ ਉੱਤੇ ਵਾਲੀ ਚੀਜ਼ਾਂ ਥੋੜਾ ਜਿਹਾ ਡੀਪ ਤੱਕ ਡਿਸਕਸ ਕਰ ਲਾਂਗੇ। ਟਾਈਮ ਲੱਗ ਜਾਏਗਾ ਥੋੜਾ ਜਿਹਾ ਬਟ ਡਿਸਕਸ ਕਰਾਂਗੇ ਵਧੀਆ ਠੀਕ ਤਰੀਕੇ ਹੈ ਨਾਲ, ਠੀਕ ਹੈ ਬ్రో। ਨਹੀਂ ਕੋਈ ਚੱਕਰ ਨਹੀਂ ਬ్రో, ਵਧੀਆ ਕਰ ਲਾਂਗੇ। ਹਾਂਜੀ ਹਾਂਜੀ ਠੀਕ ਹੈ। ਓਕੇ ਜੀ, ਮਿਲਦੇ हैं भाई कल ਨੂੰ। ठीक you है so much. ठीक है। प्रतीक भाई आज जरा फ्री होके प्लीज फोन कर ले फिर